वाहिगुरू जी का खालसा वाहिगुरू जी की फतेह। सिख चैनल देख रही यूके यूरोप ਅਤੇ देश विदेश की संगत का स्वागत है। इस ਵੇਲੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੇ ਉੱਤੇ ਅਸੀਂ ਖੜੇ ਹਾਂ ਤੇ ਭਾਰਤ ਨੂੰ ਆਜ਼ਾਦੀ ਮਿਲੇ ਨੂੰ 73 ਵਰੇ ਹੋ ਚੁੱਕੇ ਆ, ਪਰ ਸਿੱਖ ਇਸ ਤੋਂ ਖੁਸ਼ ਨਜ਼ਰ ਨਹੀਂ ਆ ਰਹੇ। ਸੋ ਅੱਜ 15 ਅਗਸਤ ਕਾਲਾ ਦਿਨ ਜਿਹੜਾ ਆ ਉਹ ਮਨਾਇਆ ਜਾ ਰਿਹਾ ਆ ਭੰਡਾਰੀ ਪੁਲ ਦੇ ਉੱਤੇ। ਦਲ ਖਾਲਸਾ ਤੇ ਹੋਰ ਜਥੇਬੰਦੀਆਂ ਜਿਹੜੀਆਂ ਉਹ ਮਿਲ ਕੇ ਇਹ ਜਿਹੜਾ ਦਿਨ ਆ ਉਹ ਮਨਾ ਰਹੀਆਂ ਨੇ ਕਿ ਕਾਲੇ ਦਿਨ ਦੇ ਰੂਪ ਦੇ ਵਿੱਚ, ਕਿਉਂਕਿ ਨਾ ਤਾਂ ਅਜੇ ਤੱਕ 84 ਦੇ ਕਾਤਲ ਜਿਹੜੇ ਸੀਗੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਨਾ ਉਹਨਾਂ ਨੂੰ ਅਜੇ ਤੱਕ ਜੇਲ੍ਹਾਂ ਦੇ ਵਿੱਚ ਜਿਹੜਾ ਆ ਸੁੱਟਿਆ ਗਿਆ ਤੇ ਨਾ ਉਹ ਇਨਸਾਫ ਮਿਲਿਆ ਆ। ਉਸ ਦੇ ਨਾਲ ਜੇ ਗੱਲ ਕਰੀਏ ਤਾਂ ਬੇਅਦਬੀ ਜਿਹੜੀ ਹੋਈ ਸੀਗੀ, ਨਾ ਤਾਂ ਅਜੇ ਤੱਕ ਉਸ ਦਾ ਕੋਈ ਇਨਸਾਫ ਮਿਲਿਆ ਆ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਸਿੱਖਾਂ ਦੇ ਜ਼ਹਿਨ ਦੇ ਵਿੱਚ ਹੈਗੀਆਂ ਨੇ। ਸੋ ਤੁਸੀਂ ਦੇਖ ਸਕਦੇ ਹੋ ਕਿ ਕਾਲੇ ਝੰਡੇ ਲੈ ਕੇ ਜਿਹੜੇ ਆ ਉਹ ਇੱਥੇ ਜਿਹੜੇ ਆ ਉਹ ਦਲ ਖਾਲਸਾ ਤੇ ਹੋਰ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਖੜੇ ਹੋਏ ਨੇ ਤੇ ਇਹ ਅੰਮ੍ਰਿਤਸਰ ਦੇ ਭੰਡਾਰੀ ਪੁਲ ਵਿਖੇ ਜਿਹੜਾ ਆ ਅੱਜ ਕਾਲੇ ਦਿਨ ਦੇ ਰੂਪ ਦੇ ਵਿੱਚ 15 ਅਗਸਤ ਬਲੈਕ ਡੇ ਜਿਹੜੇ ਆ ਉਹ ਮਨਾਇਆ ਜਾ ਰਿਹਾ। ਗੁਲਾਮੀ ਤੇ ਜਲਾਲਤ ਦੇ 72 ਸਾਲ ਜਿਹੜੇ ਆ ਉਹਦਾ ਸਲੋਗਨ ਜਿਹੜਾ ਇੱਥੇ ਲਗਾਇਆ ਗਿਆ। ਦੂਸਰੇ ਪਾਸੇ ਤੁਸੀਂ ਦੇਖ ਸਕਦੇ ਜੇ ਕਿ ਇੱਧਰ ਵੀ ਸੰਗਤ ਜਿਹੜੀ ਆ ਉਹ ਖੜੀ ਆ। ਸੋ ਚੌਂਕ ਦੀ ਗੱਲ ਕਰੀਏ ਤਾਂ ਉੱਥੇ ਵੀ ਕਾਲੇ ਝੰਡੇ ਲੈ ਕੇ ਜਿਹੜੇ ਆ ਉਹ ਕੁਝ ਨੌਜਵਾਨ ਜਿਹੜੇ ਆ ਉਹ ਬੈਠੇ ਹੋਏ ਆ ਤੇ ਹੋਰ ਵੀ ਅਜੇ ਇੱਥੇ ਜਿਹੜੇ ਨੌਜਵਾਨ ਆ ਉਹ ਪਹੁੰਚ ਰਹੇ ਆ। ਸੋ ਅਜੇ ਇਹ ਸ਼ੁਰੂਆਤ ਜਿਹੜੀ ਆ ਉਹ ਹੋਈ ਆ ਹੁਣੇ। ਅਜੇ ਇਹ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਸੀ 15 ਅਗਸਤ ਦਾ। ਸੋ ਅੱਗੇ ਚੱਲ ਕੇ ਅਸੀਂ ਜਿਹੜੇ ਨੁਮਾਇੰਦੇ ਆ ਇਹਨਾਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦਾ ਜਿਹੜਾ ਇਹ 15 ਅਗਸਤ ਦਾ ਦਿਨ ਆ ਉਸ ਨੂੰ ਕਾਲੇ ਦਿਨ ਦੇ ਰੂਪ ਦੇ ਵਿੱਚ ਮਨਾਉਣ ਦੇ ਪਿੱਛੇ ਜਿਹੜੇ ਕੀ ਕਾਰਨ ਨੇ, ਕਿਉਂ ਇਹ ਕਾਲੇ ਦਿਨ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ। ਸਿੱਖ ਜਿਹੜੇ ਆ ਉਹ ਕਿਸ ਚੀਜ਼ ਦਾ ਅਹਿਸਾਸ ਕਰਦਿਆਂ ਹੋਇਆ ਉਹਨਾਂ ਨੂੰ ਜਿਹੜਾ ਆ ਉਹ ਇਹ ਲੱਗਦਾ ਕਿ ਜੇਕਰ ਭਾਰਤ ਨੂੰ ਆਜ਼ਾਦੀ ਮਿਲੀ ਆ ਤਾਂ ਉਹਨਾਂ ਨੂੰ ਅਜੇ ਤੱਕ ਆਜ਼ਾਦੀ ਨਹੀਂ ਮਿਲੀ। ਹੱਕਾਂ ਦੇ ਉੱਤੇ ਡਾਕੇ ਮਾਰੇ ਜਾ ਰਹੇ ਆ। ਗੱਲ ਕੀਤੀ ਜਾਵੇ ਜਿਵੇਂ ਮੈਂ ਪਹਿਲਾਂ ਦੱਸਿਆ ਆ ਕਿ ਨਾ ਤਾਂ 84 ਦੇ ਕਾਤਲ ਜਿਹੜੇ ਸੀਗੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ, ਨਾ ਬੇਅਦਬੀ ਦਾ ਇਨਸਾਫ ਮਿਲਿਆ। ਪੰਜਾਬ ਦੇ ਪਾਣੀ ਖੋਏ ਜਾ ਰਹੇ ਆ। ਸੋ ਇਸ ਤਰੀਕੇ ਦੇ ਨਾਲ ਵੱਡਾ ਡਾਕਾ ਜਿਹੜਾ ਪੰਜਾਬ ਦੇ ਹੱਕਾਂ ਦੇ ਉੱਤੇ ਮਾਰਿਆ ਜਾ ਰਿਹਾ। ਸੋ ਉਸ ਚੀਜ਼ ਨੂੰ ਜੇਕਰ ਧਿਆਨ ਦੇ ਵਿੱਚ ਰੱਖਿਆ ਜਾਵੇ ਤਾਂ ਬਹੁਤ ਕੁਝ ਜਿਹੜਾ ਦੇਖਣ ਨੂੰ ਮਿਲ ਰਿਹਾ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਬੈਨਰ ਆ ਹੱਥਾਂ ਦੇ ਵਿੱਚ ਫੜੇ ਹੋਏ ਆ, ਤਖਤੀਆਂ ਜਿਹੜੀਆਂ ਆ ਉਹ ਹੱਥਾਂ ਦੇ ਵਿੱਚ ਫੜੀਆਂ ਹੋਈਆਂ। 15 ਅਗਸਤ ਕਾਲਾ ਦਿਨ, ਧੋਖੇ ਤੇ ਫਰੇਬ ਦੇ 72 ਸਾਲ ਕਹੇ ਜਾ ਰਹੇ ਆ ਸਿੱਖਾਂ ਵੱਲੋਂ। ਸਿੱਖ ਜਥੇਬੰਦੀਆਂ ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਉਹ ਅੱਜ ਦਾ ਦਿਨ ਕਾਲੇ ਦਿਨ ਦੇ ਰੂਪ ਦੇ ਵਿੱਚ ਮਨਾ ਰਹੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਦੀ ਬੀਜੇਪੀ ਸਰਕਾਰ ਬਣੀ ਹੈ ਕੁਝ ਕਾਨੂੰਨਾਂ ਦੇ ਵਿੱਚ ਵੀ ਤਬਦੀਲੀ ਕੀਤੀ ਗਈ ਆ, ਜਿਸ ਦੇ ਤਹਿਤ ਕਿਸੇ ਜਥੇਬੰਦੀ ਨੂੰ ਨਹੀਂ, ਇੱਕ ਵਿਅਕਤੀ ਨੂੰ ਵੀ ਅੱਤਵਾਦੀ ਜਿਹੜਾ ਆ ਉਹ ਐਲਾਨਿਆ ਜਾ ਸਕਦਾ ਆ। ਸੋ ਸਾਡਾ ਦਰਦ ਸਾਂਝਾ, ਸਾਡਾ ਦੁਸ਼ਮਣ ਸਾਂਝਾ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਪੰਜਾਬ ਤੇ ਜੰਮੂ ਕਸ਼ਮੀਰ ਦਾ ਨਕਸ਼ਾ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਹੋ। NIA ਸੰਘਰਸ਼ੀਲ ਲੋਕਾਂ ਨੂੰ ਕੁਚਲਣ ਦੇ ਲਈ ਭਾਰਤੀ ਦੈਂਤ ਦੇ ਰੂਪ ਦੇ ਵਿੱਚ ਦਰਸਾਇਆ ਜਾ ਰਿਹਾ ਆ ਤੇ ਵੀ ਆਰ ਟੈਰਰਿਸਟ, ਅਸੀਂ ਦਹਿਸ਼ਤਗਰਦ ਹਾਂ। ਇਹ ਉਹੀ ਗੱਲ ਜਿਹੜੀ ਮੈਂ ਪਹਿਲਾਂ ਕੀਤੀ ਆ ਕਿ ਕਾਨੂੰਨ ਇੱਕ ਲਿਆਂਦਾ ਗਿਆ ਆ ਜਿਸ ਦੇ ਤਹਿਤ ਕਿਸੇ ਜਥੇਬੰਦੀ ਨੂੰ ਨਹੀਂ, ਇੱਕ ਵਿਅਕਤੀ ਨੂੰ ਵੀ ਅੱਤਵਾਦੀ ਐਲਾਨਿਆ ਜਾ ਸਕਦਾ। ਨੋ SYL ਪਾਣੀ ਬਚਾਉਣ ਦੇ ਲਈ ਪੰਜਾਬ ਨੂੰ ਲੜਨਾ ਪਵੇਗਾ। ਸੋ SYL ਤਹਿਤ ਹਰਿਆਣਾ ਨੂੰ ਪੰਜਾਬ ਦਾ ਪਾਣੀ ਦਿੱਤਾ ਜਾ ਰਿਹਾ। ਪਰਮਾਤਮਾ ਰਹਿਮਤ ਕਰਨ, ਅਸੀਂ ਜ਼ਾਲਮ ਹਕੂਮਤ ਵਿਰੁੱਧ ਜੂਝ ਸਕੀਏ। ਬਲੈਸ ਅਸ ਟੂ ਫਾਈਟ ਅਗੇਂਸਟ ਫੈਸਿਸਟ ਇੰਡੀਆ। ਸੋ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਤਖਤੀਆਂ ਜਿਹੜੀਆਂ ਆ ਉਹ ਮੁਸਲਮਾਨ ਵੀਰਾਂ ਨੂੰ ਪਾਕਿਸਤਾਨ ਮਿਲਿਆ, 15 ਅਗਸਤ ਹਿੰਦੂ ਭਰਾਵਾਂ ਨੂੰ ਹਿੰਦੁਸਤਾਨ ਮਿਲਿਆ, ਪਰ ਸਿੱਖ ਇੱਕ ਗੁਲਾਮੀ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਦੂਜੀ ਗੁਲਾਮੀ ਦੇ ਵਿੱਚ ਫਸ ਗਏ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਆਜ਼ਾਦੀ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਆ। ਸੋ ਅੱਜ ਸਾਰੀਆਂ ਜਥੇਬੰਦੀਆਂ ਜਿਹੜੀਆਂ ਸਮੁੱਚੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਿਲ ਕੇ ਜਿਹੜਾ ਆ ਉਹ ਕਾਲੇ ਝੰਡਿਆਂ ਦੇ ਨਾਲ ਕਾਲੇ ਦਿਨ ਦੇ ਰੂਪ ਦੇ ਵਿੱਚ ਅੱਜ ਦੇ ਦਿਨ ਨੂੰ ਜਿਹੜਾ ਆ ਉਹ ਮਨਾ ਰਹੇ ਆ। ਸੋ ਉਸੇ ਦੇ ਤਹਿਤ ਹੀ ਅੰਮ੍ਰਿਤਸਰ ਦੇ ਵਿੱਚ ਵੀ ਭੰਡਾਰੀ ਪੁਲ ਤੋਂ ਤੁਸੀਂ ਇਹ ਦੇਖ ਰਹੇ ਹੋ ਆਪਣੀ TV ਸਕਰੀਨ ਦੇ ਉੱਤੇ ਕਿ ਵੱਖ-ਵੱਖ ਤਖਤੀਆਂ ਜਿਹੜੀਆਂ ਉਹ ਹੱਥਾਂ ਦੇ ਵਿੱਚ ਨਜ਼ਰ ਆ ਰਹੀਆਂ ਆ, ਜਿਸ ਦੇ ਉੱਤੇ ਬਰਗਾੜੀ ਬੇਅਦਬੀ ਕਾਂਡ, ਬਾਈਬਲ ਕਲਾਂ ਗੋਲੀ ਕਾਂਡ
ਦੋਸ਼ੀ ਡੇਰਾ ਸਿਰਸਾ ਸਿਆਸਤਦਾਨ ਅਤੇ ਜ਼ਿੰਮੇਵਾਰ ਅਫਸਰ ਹੁਕੂਮਤ ਦੀ ਬੁੱਕਲ ਦੇ ਵਿੱਚ ਨੇ ਇਸ ਵੇਲੇ। ਸੋ ਉਸ ਚੀਜ਼ ਨੂੰ ਵੀ ਜਿਹੜਾ ਆ ਉਹ ਸਾਹਮਣੇ ਰੱਖ ਕੇ ਇਹ ਗੱਲ ਕੀਤੀ ਜਾ ਰਹੀ ਆ ਕਿ ਜਿਹੜਾ ਇਸ ਤਰ੍ਹਾਂ ਦਾ ਜੋ ਕੁਛ ਵੀ ਹੋਇਆ ਉਸ ਦਾ ਇਨਸਾਫ ਮਿਲਣਾ ਚਾਹੀਦਾ। 84 ਦੀ ਗੱਲ ਕਰ ਲਈਏ, ਪੰਜਾਬ ਦੇ ਪਾਣੀਆਂ ਤੇ ਡਾਕੇ ਦੀ ਗੱਲ ਕਰ ਲਈਏ, ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਉਸ ਦੇ ਉੱਤੇ ਕੋਈ ਇਨਸਾਫ ਨਹੀਂ ਮਿਲਿਆ। ਮਿਲੀ ਭੁਗਤ ਦੇ ਨਾਲ ਸਾਰਾ ਕੁਝ ਜਿਹੜਾ ਆ ਉਹ ਚੱਲ ਰਿਹਾ। ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਉਹ ਝੰਡਾ ਬੁਲੰਦ ਕੀਤਾ ਗਿਆ ਆ। ਸੋ ਇਸੇ ਕਰਕੇ ਹੀ ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਇਹ ਤੁਸੀਂ ਤਸਵੀਰਾਂ ਜਿਹੜੀਆਂ ਆ ਉਹ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਜਿਹੜਾ ਆ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ। ਕਾਲੀਆਂ ਝੰਡੀਆਂ ਜਿਹੜੀਆਂ ਹਵਾ ਦੇ ਨਾਲ ਝੂਲਦੀਆਂ ਹੋਈਆਂ ਤੁਹਾਨੂੰ ਨਜ਼ਰ ਜਿਹੜੀਆਂ ਆ ਉਹ ਆ ਰਹੀਆਂ ਨੇ ਤੇ ਇੱਥੇ ਬਹੁਤ ਸਾਰੇ ਜਿਹੜੇ ਸਿੰਘ ਨੇ ਉਹ ਮੌਜੂਦ ਨੇ। ਸੋ ਵੱਖ-ਵੱਖ ਜਥੇਬੰਦੀਆਂ ਨੇ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਸੰਘਰਸ਼ ਜਿਹੜਾ ਆ ਉਹ ਕਰਨਾ ਸੀਗਾ ਅੱਜ ਦੇ ਦਿਨ ਨੂੰ ਕਾਲੇ ਦਿਨ ਦੇ ਰੂਪ ਦੇ ਵਿੱਚ ਮਨਾਉਣ ਵਾਸਤੇ। ਸੋ ਇਸ ਜਗ੍ਹਾ ਨੂੰ ਜਿਹੜਾ ਆ ਉਹ ਰੋਕਿਆ ਵੀ ਗਿਆ। ਥੋੜ੍ਹੀ ਬਹੁਤ ਟ੍ਰੈਫਿਕ ਚੱਲ ਰਹੀ ਹੈ, ਪੁਲਿਸ ਵੀ ਜਿਹੜੀ ਆ ਚਾਰੋਂ ਪਾਸੇ ਜਿਹੜੀ ਆ ਉਹ ਤੈਨਾਤ ਕੀਤੀ ਗਈ ਆ। ਸੋ ਇੱਥੇ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਉਹ ਵੀ ਕੁਝ ਦੇਰ ਦੇ ਵਿੱਚ ਪਹੁੰਚਣ ਵਾਲੇ ਆ। ਦਲ ਖਾਲਸਾ ਜਥੇਬੰਦੀ ਵੀ ਇੱਥੇ ਮੌਜੂਦ ਹੈ। ਸੋ ਸਾਂਝੇ ਤੌਰ ਦੇ ਉੱਤੇ ਜਿਵੇਂ ਮੈਂ ਦੱਸਿਆ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਅੱਜ ਦੇ ਦਿਨ ਨੂੰ 15 ਅਗਸਤ ਨੂੰ ਕਾਲੇ ਦਿਨ ਦੇ ਰੂਪ ਦੇ ਵਿੱਚ ਮਨਾ ਰਹੀਆਂ ਨੇ। ਸੋ ਕਈ ਇਸ ਤਰ੍ਹਾਂ ਦੇ ਕਾਨੂੰਨ ਜਿਹੜੇ ਆ ਉਹ ਲੈ ਕੇ ਆਂਦੇ ਗਏ ਆ ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਆ ਉਹ ਦੱਸਿਆ ਜਾ ਰਿਹਾ ਆ ਕਿ ਇਹ ਕਾਨੂੰਨ ਜਿਹੜੇ ਆ ਇਹ ਜਾਣ ਬੁੱਝ ਕੇ ਘੱਟ ਗਿਣਤੀਆਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਹੀ ਵਰਤੇ ਜਾ ਰਹੇ ਆ। ਦੇਖੋ ਜੀ, ਅਸੀਂ ਸਮਝਦੇ ਹਾਂ ਕਿ ਜਦੋਂ ਇਹ ਖਿੱਤਾ ਆਜ਼ਾਦ ਹੋਇਆ ਸੀ, ਜਦੋਂ ਇੱਥੇ ਹਿੰਦੁਸਤਾਨ ਅਤੇ ਪਾਕਿਸਤਾਨ ਹੋਂਦ ਵਿੱਚ ਆਏ ਸਨ ਤਾਂ ਸਿੱਖਾਂ ਦੇ ਪਾਸ ਇੱਕ ਵਿਸ਼ਾਲ ਆਪਣਾ ਰਾਜ ਸੀ ਔਰ ਸਿੱਖ ਉਸ ਸਮੇਂ ਦੇ ਸਿੱਖ ਲੀਡਰਾਂ ਦੇ ਨਾਲ ਜੋ ਸਾਡੇ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਵਾਅਦੇ ਆਸਤਾ ਪੂਰੇ ਨਹੀਂ ਕੀਤੇ ਗਏ, ਬਲਕਿ ਪੰਜਾਬ ਨੂੰ ਖਤਮ ਕਰਕੇ ਇੱਕ ਵੱਡੇ ਸੂਬੇ ਤੋਂ ਛੋਟੇ ਸੂਬੇ 'ਚ ਤਬਦੀਲ ਕਰ ਦਿੱਤਾ ਗਿਆ। ਅਤੇ ਖਾਸ ਕਰ ਜੋ ਅੱਜ ਹਿੰਦੁਸਤਾਨ ਦੇ ਵਿੱਚ ਇੱਕ ਹਿੰਦੂ ਰਾਸ਼ਟਰ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਅਸੀਂ ਇਸ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਹੈ, ਤਾਂ ਫਿਰ ਸਾਨੂੰ ਵੀ ਆਪਣਾ ਰਾਸ਼ਟਰ ਲੈਣ ਦਾ ਪੂਰਾ ਹੱਕ ਹੈ। ਅਸੀਂ ਸਮਝਦੇ ਹਾਂ ਕਿ ਜੇ ਇਹਨਾਂ ਨੇ ਹਿੰਦੂ ਰਾਸ਼ਟਰ ਬਣਾਉਣਾ ਹੈ ਤਾਂ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ ਤਾਂ ਸਾਨੂੰ ਵੀ ਆਪਣਾ ਇੱਕ ਵੱਖਰਾ ਦੇਸ਼ ਚਾਹੀਦਾ ਹੈ, ਸਾਨੂੰ ਵੀ ਆਪਣਾ ਵੱਖਰਾ ਖਿੱਤਾ ਚਾਹੀਦਾ ਹੈ, ਅਤੇ ਤਾਂ ਕਿ ਸਾਡਾ ਧਰਮ ਔਰ ਸਾਡਾ ਜੋ ਧਰਮ ਆਜ਼ਾਦ ਰਹੇ, ਸਾਡੀ ਜੋ ਆਪਣਾ ਹੈਰੀਟੇਜ ਆ ਉਹ ਆਜ਼ਾਦ ਰਹੇ, ਸਾਡੀ ਜੋ ਹਿਸਟਰੀ ਆ ਉਹ ਆਜ਼ਾਦ ਰਹੇ। ਇਸ ਕਰਕੇ ਸਾਡੇ ਵਾਸਤੇ ਆਪਣਾ ਵੱਖਰਾ ਰਾਜ ਲੈਣਾ ਬਹੁਤ ਜ਼ਰੂਰੀ ਹੈ। ਅੱਜ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈਗੀ ਉਹ ਬੇਰੁਜ਼ਗਾਰੀ ਵੀ ਆ, ਪਾਣੀ ਵੀ ਆ, ਵਾਤਾਵਰਨ ਚੁਗਿਰਦਾ ਵੀ ਵਿਗੜ ਰਿਹਾ ਤੇ ਪੰਜਾਬ ਨੂੰ ਜਿਹੜਾ ਹੈਗਾ ਜਗ੍ਹਾ ਜਗ੍ਹਾ ਦੇ ਉੱਤੋਂ ਜਿਹੜਾ ਹੈਗਾ ਆ ਕਿ ਉਹਦੀ ਜੜ੍ਹਾਂ 'ਚ ਤੇਲ ਦਿੱਤਾ ਜਾ ਰਿਹਾ ਹੈਗਾ ਆ। ਇਹਨਾਂ 'ਚੋਂ ਕਿਹੜੇ ਬਹੁਤ ਮੁੱਖ ਕਾਰਨ ਨੇ ਜਿਹੜੇ ਤੁਸੀਂ ਦੱਸਣਾ ਚਾਹੁੰਦੇ ਹੈਗੇ ਹੋ ਵੀ ਉਸ ਕਰਕੇ ਵੀ? ਬਿਲਕੁਲ ਆਪਨੇ ਠੀਕ ਕਿਹਾ ਕਿ ਅੱਜ ਜਿੱਦਾਂ ਕਿ ਪੰਜਾਬ ਦੇ ਵਿੱਚ ਜੋ ਪਾਣੀ ਦੀ ਸਮੱਸਿਆ ਹੈ ਔਰ ਇਹ ਪਾਣੀ ਦੀ ਸਮੱਸਿਆ ਪੂਰੀ ਦੁਨੀਆ ਦੀ ਸਮੱਸਿਆ ਹੈ ਔਰ ਸਾਨੂੰ ਬਹੁਤ ਦੁੱਖ ਹੈ ਕਿ ਅੱਜ ਦਾ ਜਿਹੜਾ ਦੁਨੀਆ ਦਾ ਇਨਸਾਨ ਹੈ ਉਸ ਦੀਆਂ ਜਿਹੜੀਆਂ ਮੇਨ ਸਮੱਸਿਆਵਾਂ ਨੇ ਉਹ ਪਾਣੀ ਹੈ ਜਾਂ এনवायरमेंट ਹੈ, ਉਸ ਪ੍ਰਤੀ ਧਿਆਨ ਹਟਾ ਕੇ ਔਰ ਉੱਥੇ ਖਾਸ ਕਰ ਪੰਜਾਬ ਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਪਾਣੀਆਂ ਦੇ ਨਾਲ, ਪੰਜਾਬ ਦੀ ਕਿਸਾਨੀ ਦੇ ਨਾਲ ਜੋ ਧੋਖਾ ਕੀਤਾ ਜਾ ਰਿਹਾ ਹੈ ਇਹ ਬੜਾ ਦੁਖਦਾਈ ਹੈ ਔਰ ਇਹ ਬਹੁਤ ਵੱਡਾ ਇੱਕ ਕਹਾਣ ਹੈ। ਤੇ ਇਸ ਤਰ੍ਹਾਂ ਰੋਸ ਮੁਜ਼ਾਹਰਾ ਬੜੇ ਸ਼ਾਂਤਮਈ ਤਰੀਕੇ ਨਾਲ ਹੋ ਰਿਹਾ ਹੈਗਾ ਕਿ ਇਸੇ ਜਗ੍ਹਾ ਹੀ ਰੁਕ ਕੇ ਕਰਨਾ ਹੈ ਕਿ ਜਗ੍ਹਾ ਜਗ੍ਹਾ ਘੁੰਮ? ਇਹ ਤੁਹਾਨੂੰ ਸਾਡੇ ਜਿਹੜੇ ਆਗੂ ਨੇ ਉਹ ਦੱਸਣਗੇ, ਅਸੀਂ ਖੁਦ ਇੱਕ ਇਹਦੇ ਸ਼ਾਮਲ ਅਸੀਂ ਵਰਕਰ ਹਾਂ। ਹਾਂਜੀ, ਇਹ ਤੁਸੀਂ ਦੇਖ ਰਹੇ ਹੋ। ਹਾਂਜੀ, ਇਹ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਰੋਸ ਮੁਜ਼ਾਹਰੇ ਦੇ ਵਿੱਚ ਵੱਖ-ਵੱਖ ਜਿਹੜੇ ਹੈਗੇ ਆ ਬੈਨਰ ਜਿਹੜੇ ਉਹ ਹੱਥਾਂ ਦੇ ਵਿੱਚ ਚੱਕੇ ਹੋਏ ਆ ਤੇ ਆਪਾਂ ਕਰਦੇ ਆ ਗੱਲ ਇੱਧਰ ਵੀ। ਹਾਂਜੀ, ਅੱਜ ਦੇ ਇਸ ਕਾਲੇ ਦਿਵਸ ਨੂੰ ਜਿਹੜਾ ਮਨਾ ਰਹੇ ਹੋ ਤੁਸੀਂ, ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਇਸ ਬਾਰੇ ਕਹਿਣਾ ਚਾਹੁੰਦਾ, ਸਭ ਤੋਂ ਪਹਿਲਾਂ ਮੈਂ ਅਮਰੀਕ ਸਿੰਘ ਨੰਗਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਦੇ ਜਥੇਦਾਰ ਹਾਂ। ਸਾਡੀ ਜੋ 1931 ਦੇ ਵਿੱਚ ਇਹ ਦਿੱਲੀ ਦੇ ਵਿੱਚ ਰਕਾਬਗੰਜ ਗੁਰਦੁਆਰੇ ਦੇ ਵਿੱਚ ਇੱਕ ਸਿੱਖਾਂ ਦੀ ਬੜੀ ਭਾਰੀ ਮੀਟਿੰਗ ਹੋ ਰਹੀ ਸੀ। ਉਹਦੇ ਵਿੱਚ ਗਾਂਧੀ ਤੇ ਜਵਾਹਰ ਲਾਲ ਆਏ, ਅਹਿਮ ਲੀਡਰ ਜਿਹੜੇ ਸੀ ਉਸ ਵੇਲੇ ਦੇ ਉਹ ਆਏ। ਉਹਨਾਂ ਸਿੱਖਾਂ ਨੂੰ ਇਹ ਗੱਲ ਆਖੀ ਕਿ ਤੁਸੀਂ ਸਾਡੇ ਭਾਈ ਜੇ, ਅਸੀਂ ਆਪਣਾ ਤੁਹਾਡਾ ਜਿਹੜਾ ਖਿੱਤਾ ਉਹ ਦਿਆਂਗੇ ਤੇ ਸਾਡੇ ਨਾਲ ਸਾਥ ਦਿਓ। ਸਿੱਖਾਂ ਨੇ ਬਹੁਤ ਭਾਰੀ ਕੁਰਬਾਨੀਆਂ ਕੀਤੀਆਂ ਨੇ। ਸਾਨੂੰ ਸੰਵਿਧਾਨ ਦੇ ਵਿੱਚ ਵੀ ਕੇਸਾਧਾਰੀ ਹਿੰਦੂ ਆਖਿਆ ਗਿਆ। ਹੁਣ ਹਿੰਦੂ ਰਾਸ਼ਟਰ ਬਣਾਉਣ ਦੇ ਇਹਨਾਂ ਦੇ ਪੂਰੇ ਚਾਂਸ ਨੇ। ਅਸੀਂ ਸੋਗ ਇਹ ਕਰ ਰਹੇ ਹਾਂ ਕਿ ਸਾਡਾ ਦਰਬਾਰ ਸਾਹਿਬ ਤੇ ਹਮਲਾ ਹੋਇਆ, ਸਾਡੀਆਂ ਧੀਆਂ ਭੈਣਾਂ ਦੀ ਲੁੱਟੀ, ਬਹੁਤ ਸਾਰਾ ਕੁਝ ਹੋਇਆ। ਇਸ ਕਰਕੇ ਅਸੀਂ ਸੋਗ ਕਰ ਰਹੇ ਹਾਂ। ਵਾਹਿਗੁਰੂ ਖਾਲਸਾ ਫਤਿਹ ਜੀ। ਹਾਂਜੀ, ਇਸ ਟਾਈਮ ਦੇਖ ਰਹੇ ਹੋਗੇ ਆ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਇਸ ਟਾਈਮ ਪਹੁੰਚ ਚੁੱਕੇ ਨੇ। ਇਹਦੇ ਵਿੱਚ ਉਹਨਾਂ ਨੇ ਵੀ ਆਪਣੀ ਤਖਤੀ ਜਿਹੜੀ ਹੈਗੀ ਆ ਲਗਾਈ ਹੋਈ ਆ
ਕਿ ਮੈਂ ਦਹਿਸ਼ਤਗਰਦ ਹਾਂ। ਤੁਸੀਂ ਦੇਖ ਰਹੇ ਹੋ ਤੇ ਮਾਨ ਸਾਹਿਬ ਦੇ ਨਾਲ ਉਹਨਾਂ ਦੇ ਹੋਰ ਜਿਹੜੇ ਨੁਮਾਇੰਦੇ ਜਿਹੜੇ ਨੇ ਇਸ ਟਾਈਮ ਉਹ ਨਾਲ ਨੇ, ਜਿਹੜੇ ਕਿ ਕਾਲੀ ਝੰਡੀਆਂ ਲੈ ਕੇ ਇਸ ਜਗ੍ਹਾ ਦੇ ਉੱਤੇ ਖੜੋਤੇ ਹੋਏ। ਜਿਹੜੀ ਬਾਕੀ ਸੰਗਤ ਜਿਹੜੇ ਇਸ ਕਾਲਾ ਦਿਨ ਜਿਹੜੇ ਆ ਮਨਾਏ ਜਾ ਰਹੇ ਹੈਗੇ ਆ, ਉਹਨਾਂ ਦਾ ਹੀ ਸਾਥ ਦੇਣ ਲਈ ਉਹ ਇੱਥੇ ਪਹੁੰਚ ਚੁੱਕੇ ਨੇ, ਜਿਹਦੇ ਵਿੱਚ ਵੱਖ-ਵੱਖ ਜਿਹੜੇ ਹੈਗੇ ਆ ਇਸ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ, ਦਲ ਖਾਲਸਾ ਦੇ ਨੁਮਾਇੰਦੇ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਨਾਲ ਇਸ ਸਾਥ ਦੇ ਰਹੇ ਕਾਲੀਆਂ ਝੰਡੀਆਂ ਦੇ ਇਸ ਰੋਸ ਦਿਵਸ ਵਿੱਚ ਉਹਨਾਂ ਨੂੰ ਮਿਲਦੇ ਹੋਏ, ਉਹਨਾਂ ਦਾ ਜਿਹੜਾ ਹੈਗਾ ਹੌਸਲਾ ਵਧਾਉਂਦੇ ਹੋਏ ਕਿ ਅੱਜ ਦਾ ਜਿਹੜਾ ਇਹ ਦਿਨ ਹੈਗਾ ਇਸ ਨੂੰ ਕਾਲੇ ਦਿਵਸ ਵਜੋਂ ਹੈਗਾ ਮਨਾਇਆ ਜਾ ਰਿਹਾ। ਸੋ ਇਸ ਟਾਈਮ ਭੰਡਾਰੀ ਪੁਲ ਅੰਮ੍ਰਿਤਸਰ ਦੇ ਉੱਤੇ ਲਿਸ਼ਕਦੀ ਝਿਲਕਦੀ ਧੁੱਪ ਦੇ ਵਿੱਚ ਰੋਸ ਮੁਜ਼ਾਹਰਾ ਕਰ ਰਹੀਆਂ ਸੰਗਤਾਂ। ਆਪ ਕਰਿਓ ये कौन है भैया? ये जो आए हैं सिमरनजीत सिंह मान। 15 ਅਗਸਤ ਦਾ ਦਿਨ ਜੋ ਹਿੰਦੂਤਵਾ ਦੇ ਲੋਕ ਕਹਿੰਦੇ ਆ ਸਾਨੂੰ ਆਜ਼ਾਦੀ ਮਿਲੀ ਹੈ, ਉਹ ਹਰੇਕ ਜਗ੍ਹਾ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਹੈ। ਪਰ ਸਿੱਖਾਂ ਨੂੰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਬਰਨਾਲੇ ਦੇ ਜ਼ਿਲ੍ਹੇ ਦੇ ਵਿੱਚ ਪਾਬੰਦੀ ਲਾਤੀ ਹੈ ਕਿ ਅਸੀਂ ਇਸ ਦਿਨ ਜਿਹੜਾ ਸਾਡਾ ਹੱਕ ਹੈ ਕਿ ਅਸੀਂ ਇਕੱਠੇ ਹੋ ਸਕਦੇ ਹਾਂ, ਆਰਟੀਕਲ 19 ਦੇ ਵਿੱਚ ਉਸ ਦੇ ਉਲਟ ਸਰਕਾਰ ਨੇ ਸਾਡੇ ਸਾਰੇ ਵਰਕਰ ਫੜੇ ਹੋਏ ਹੈ। ਮੈਂ ਸੰਖੇਪ ਸਮਝਾਉਣਾ ਚਾਹੁੰਦਾ ਕਿ ਜਿਹੜਾ 1947 ਦਾ ਦਿਨ ਹੈਗਾ 15 ਅਗਸਤ, ਇਸ ਦਿਨ ਬ੍ਰਿਟਿਸ਼ ਇੰਡੀਆ ਦੇ 2 ਹਿੱਸੇ ਕੀਤੇ ਗਏ ਸੀਗੇ। ਹਿੱਸੇਦਾਰ ਇਸ ਦੇ 3 ਸੀਗੇ, ਪਰ ਆਜ਼ਾਦੀ ਸਿਰਫ ਹਿੰਦੂ ਨੂੰ ਮਿਲੀ ਜਿਹਨੂੰ ਇੰਡੀਆ ਪ੍ਰਾਪਤ ਹੋਇਆ। ਦੂਸਰਾ ਮੁਸਲਮਾਨ ਨੂੰ ਮਿਲੀ ਜਿਸ ਨੂੰ ਪਾਕਿਸਤਾਨ ਪ੍ਰਾਪਤ ਹੋਇਆ। ਤੀਜੀ ਜਿਹੜੀ ਧਿਰ ਕਾਨੂੰਨੀ ਤੇ ਇਤਿਹਾਸਕ ਸਿੱਖ ਕੌਮ ਸੀ, ਉਸ ਦੀ ਪਿੱਠ ਦੇ ਵਿੱਚ ਹਿੰਦੂ ਲੀਡਰਾਂ ਨੇ ਤੇ ਅੰਗਰੇਜ਼ਾਂ ਨੇ ਪਿੱਠ ਦੇ ਵਿੱਚ ਛੁਰੇ ਮਾਰੇ। ਜਿਹੜੀ 1950 ਸੰਵਿਧਾਨ ਬਣਾਉਣ ਦੀ ਕਮੇਟੀ ਬਣੀ ਸੀ, ਉਹਨੂੰ ਕੰਸਟੀਟਿਊਂਟ ਕਮੇਟੀ ਕਹਿੰਦੇ ਆ। ਉਹਦੇ ਵਿੱਚ ਸਿੱਖਾਂ ਦੇ 2 ਨੁਮਾਇੰਦੇ ਸੀਗੇ, ਸਰਦਾਰ ਭੁਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ। ਇਹ ਦੋਨੋਂ ਬਹੁਤ ਉੱਚ ਚੋਟੀ ਦੇ ਵਕੀਲ ਸੀ। ਜਦੋਂ ਇਹਨਾਂ ਨੇ ਦੇਖਿਆ ਕਿ ਜਿਹੜੇ ਹਿੰਦੂ ਲੀਡਰਾਂ ਨੇ ਸਿੱਖਾਂ ਦੇ ਨਾਲ ਵਾਅਦੇ ਕੀਤੇ ਹੈ ਉਹਨਾਂ ਤੋਂ ਇਹ ਮੁਨਕਰ ਹੋ ਗਏ ਹੈ, ਤਾਂ ਸਰਦਾਰ ਭੁਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ ਨੇ ਸਿੱਖ ਵਫਦ ਵਜੋਂ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ, ਜਿਹਦਾ ਮਤਲਬ ਹੈ ਸੰਵਿਧਾਨਕ ਤੌਰ ਦੇ ਉੱਤੇ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਹਾਂ। ਤੁਸੀਂ ਕਹੋਗੇ ਕਿ ਫਿਰ ਤੁਸੀਂ ਜਦੋਂ ਪਾਰਲੀਮੈਂਟ ਲੜਦੇ ਹੋ ਤੁਸੀਂ ਸਹੁੰ ਚੱਕਦੇ ਹੋ। ਅਸੀਂ ਅਮਨ ਪਸੰਦ ਤਰੀਕੇ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਇਸ ਕਰਕੇ ਅਸੀਂ ਕਾਨੂੰਨ ਦੇ ਨਾਲ ਚੱਲਦੇ ਹਾਂ ਕਿ ਕੋਈ ਗੜਬੜ ਨਾ ਹੋਵੇ, ਪਰ ਅਸੀਂ ਸੰਵਿਧਾਨ ਦੇ ਵਿੱਚ ਮੰਨਦੇ ਨਹੀਂ ਹੈ। ਅੱਜ ਵੀ ਸਾਡਾ ਇੱਥੇ ਬਹੁਤ ਵੱਡਾ ਇਕੱਠ ਹੋਇਆ ਹੈ। ਅਸੀਂ ਇੱਥੇ ਕਾਨੂੰਨ ਦੇ ਵਰਖਿਲਾਫ ਜਾ ਕੇ ਟ੍ਰੈਫਿਕ ਨੂੰ ਰੋਕ ਸਕਦੇ ਹਾਂ, ਪਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਹੋਵੇ। ਇਸ ਕਰਕੇ 1947 ਤੋਂ ਬਾਅਦ ਜਦੋਂ ਸਾਡੇ ਸਿੱਖ ਨੁਮਾਇੰਦਿਆਂ ਨੇ ਸੰਵਿਧਾਨ ਨੂੰ ਨਹੀਂ ਮੰਨਿਆ, ਅਸੀਂ ਸਾਰੇ ਸਿੱਖ
अपना अलहदा देश, अपनी स्टेट मंगते आ रहे हैं। जिमें कि भुट्टर सकाली जदों दिल्ली आए सी सैकटरी जनरल UN दे, उस वक्त 1992 दे विच बादल, तोड़ा, तलवंडी, मैं ते सारियां जथेबंदियां ने उन्हां नूं मैमोरेंडम दिता सी कि सिख कौम नूं अलहदा मुल्क खालिस्तान दिता जावे। फिर 1994 दे विच साडा फिर सारी जथेबंदियां दा समझौता होया ते उत्थे फिर अकाल तख्त दा ऐलाननामा, ओहदी असी पहलकदमी कीती। ओहदे विच भी लिखिया कि असी खालिस्तान दे इच्छक हैगे हैं। ਉਹਦੇ ਵਿੱਚ ਵੀ ਟੋੜਾ, ਤਲਵੰਡੀ, ਜਿੰਨੇ ਵੀ ਵੱਡੇ ਵੱਡੇ ਲੀਡਰ ਸੀਗੇ ਉਹਨਾਂ ਦੇ ਦਸਤਖਤ ਹੈਗੇ ਹੈ। ਨਾਲੇ ਮਹਾਰਾਜਾ ਪਟਿਆਲਾ ਜਿਹੜੇ ਅੱਜ ਮੌਜੂਦਾ ਚੀਫ ਮਿਨਿਸਟਰ ਪੰਜਾਬ ਹੈਗੇ ਹੈ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ 1973 ਦੇ ਵਿੱਚ ਹੋਈ, ਜਿਹਦੇ ਵਿੱਚ ਵੀ ਅਸੀਂ ਇੰਡੀਆ ਤੋਂ ਆਟੋਨਮੀ ਤੇ ਖੁਦ ਮੁਖਤਿਆਰੀ ਮੰਗੀ। गल ये है कि अज कश्मीर की गल हो रही है। कश्मीर के संविधान के उत्ते हिंदुत्व ने बहुत वड्डा डाका मारिया। 370 दफ़ा ते 35 दफ़ा कॉन्स्टिट्यूशन की अड़ा दी गई है, जिहदे नाल कश्मीरियां नूं जिहड़ी थोड़ी बहुत ही खुद मुख्तियारी सी वो सारी खत्म कर दी है। जेड़े भी साडे पढ़े लिखे वड्डे वड्डे अखबार ने, बुद्धिजीव है, ट्रिब्यून हो गया, इंडियन एक्सप्रेस हो गई, हिंदुस्तान टाइम्स हो गए, टाइम्स ऑफ इंडिया हो गए, उन्हां सारे ने मोदी की बड़ी तारीफ की है कि कश्मीर दे विच दफ़ा 370 तोड़ती है और हुण असी सारे बराबर हो गए हैं। और सारिया अखबारां ने कहा कि ये साडी सारी कौम का फैसला है, निरा मोदी का ते BJP RSS का नहीं है। ये गल बिल्कुल गलत है। सिख एक अलहदा कौम है। गुरु महाराज पहली पातशाही कहते हैं, ना असी हिंदू ना मुसलमान। ਇਹਦਾ मतलब है कि ना असी मुसलमानों के अधीन कदे चले हैं, ना असी अजे हिंदू के अधीन चलांगे, ना असी अंग्रेज़ों के अधीन किसी वेले चले हैं। ये फैसला 370 ते 34 अड़ाउण दा सुप्रीम कोर्ट दे विच गया, पर सुप्रीम कोर्ट ने कहा कि अजे मसला कश्मीर दे विच गर्म है, थोड़ी देर ठहर के असी फैसले करांगे। हुण मैं सुप्रीम कोर्ट की बुद्धि नूं पुछदा है कि जिहड़ी सरकार है BJP RSS की, मोदी की, उसे ने तो मामला खराब कर दिता है। कश्मीर दे विच जिन्ने भी बुनियादी हक है कश्मीरियों के वो खो ले गए है। जालम कानून उत्थे लगा दिते गए है, FFSPA, जिहदे तहत उत्थों की फौज किसी को मार सकती है, बलात्कार कर सकती है, अगवा कर सकती है, तसीहे दे सकती है, कुछ भी कर सकती है। पर वो जिहड़ा जुल्म फौजां करनगियां उहदे खिलाफ कोई भी अपील जां दलील अदालत विच नहीं है। हुण सुप्रीम कोर्ट नूं पता है कि मोदी ने आप ही तो हालात खराब किए है, उन्हां दे हक ले गए है। ਜਿਹੜੇ सुप्रीम कोर्ट के फैसले होए है, उन्होंने कहा है कि जिहड़ा बुनियादी असूल ने संविधान दे, जिमें बराबरता दे, जिहड़े आज़ादी दे, जिहड़े बोलण दे, जिहड़े प्रकाश करन दे, जिहड़ी तुहाडी आज़ादी है, तुसी किसी की जान उदों तक नहीं लेके जा सकते
ਜਦੋਂ ਸਾਰਾ ਕੇਸ ਪ੍ਰਣਾਲੀ ਦੇ ਵਿੱਚੋਂ ਨਾ ਜਾਏ, ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਬੁਨਿਆਦੀ ਹੱਕ ਨਹੀਂ ਲੈ ਕੇ ਜਾ ਸਕਦਾ ਕੋਈ, ਫਿਰ 15 ਦਿਨ ਸੁਪਰੀਮ ਕੋਰਟ ਨੇ ਅੱਗੇ ਕਿਉਂ ਪਾਤਾ ਕੇਸ? ਇਹਦਾ ਮਤਲਬ ਹੈ ਕਿ ਸੁਪਰੀਮ ਕੋਰਟ ਵੀ ਹਿੰਦੂ ਰਾਸ਼ਟਰ ਦਾ ਹਿੱਸਾ ਬਣ ਚੁੱਕਿਆ ਹੈ। ਕਿੰਨੇ ਸਾਲਾਂ ਤੋਂ ਸਿੱਖ ਸੁਪਰੀਮ ਕੋਰਟ ਦਾ ਜਸਟਿਸ ਹੀ ਨਹੀਂ ਹੈਗਾ। ਅੱਜ ਜਿੱਥੇ ਸਾਰਾ ਭਾਰਤ ਅਤੇ ਭਾਰਤੀ ਲੋਕ ਆਪਣੀ ਆਜ਼ਾਦੀ ਦਾ ਜਸ਼ਨ ਮਨਾ ਰਹੇ ਨੇ, ਆਪਣੀ ਆਜ਼ਾਦੀ ਦੇ ਫਰੂਟਸ ਇੰਜੋਏ ਕਰ ਰਹੇ ਨੇ, ਉੱਥੇ ਪੰਜਾਬ ਅੰਦਰ ਸਿੱਖ ਅਤੇ ਦੂਸਰਾ ਭਾਈਚਾਰਾ ਇਸ ਨੂੰ ਕਾਲੇ ਦਿਨ ਦੇ ਤੌਰ ਤੇ ਮਨਾ ਰਿਹਾ। ਸਾਡੇ ਲਈ ਇਹ ਗੁਲਾਮੀ ਦਾ ਦਿਨ ਹੈ। ਅਸੀਂ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੇ ਵਿੱਚ ਫਸੇ ਹੋਏ ਲੋਕ ਹਾਂ। ਇਸੇ ਕਰਕੇ ਅਸੀਂ ਪੰਜਾਬ ਦੇ ਅੰਦਰ ਥਾਂ ਥਾਂ ਤੇ 15 ਸਟੇਟਾਂ ਦੇ ਵਿੱਚ ਅਸੀਂ 15 ਡਿਸਟ੍ਰਿਕਟਸ ਦੇ ਵਿੱਚ ਅਸੀਂ ਕਾਲਾ ਦਿਨ ਮਨਾ ਰਹੇ ਹਾਂ। ਔਰ ਇਸੇ ਤਰ੍ਹਾਂ ਜਿਵੇਂ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ, 15 ਡਿਸਟ੍ਰਿਕਟ ਦੇ ਵਿੱਚ ਸਾਡੇ ਧਰਨੇ ਮੁਜ਼ਾਹਰੇ ਚੱਲ ਰਹੇ ਨੇ। ਪਰ ਬਦਕਿਸਮਤੀ ਨਾਲ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਸਾਡੇ ਜਿਹੜੇ ਵਰਕਰ ਸੀਗੇ ਅਕਾਲੀ ਦਲ ਅੰਮ੍ਰਿਤਸਰ ਦੇ, ਦਲ ਖਾਲਸਾ ਦੇ, ਉਹਨਾਂ ਨੂੰ ਸਵੇਰ ਤੋਂ ਗ੍ਰਿਫਤਾਰ ਕੀਤਾ। ਕੱਲ ਸ਼ਾਮ ਤੋਂ ਉਹਨਾਂ ਨੇ ਰੇਡ ਕਰਨੇ ਸ਼ੁਰੂ ਕੀਤੇ ਨੇ ਔਰ ਸਵੇਰੇ ਜਦੋਂ ਸਿੰਘ ਉੱਥੇ ਇਕੱਠੇ ਹੋਏ ਤੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਏ ਨੇ। ਇਹ ਡੈਮੋਕ੍ਰੈਟਿਕ ਰਾਈਟਸ ਦੇ ਉੱਤੇ ਡਾਕਾ ਹੈ। ਸਾਡੇ ਹੱਕ ਖੋਏ ਗਏ ਨੇ ਔਰ ਇਹ ਕੇਵਲ ਤਰਨਤਾਰਨ ਪੁਲਿਸ ਵੱਲੋਂ ਕੀਤਾ ਗਿਆ। ਪੂਰੇ ਪੰਜਾਬ ਦੇ ਵਿੱਚ ਹੋਰ ਕਿਸੇ ਤਰ੍ਹਾਂ ਕਿਸੇ ਵੀ ਜਗ੍ਹਾ ਤੇ ਪ੍ਰਦਰਸ਼ਨ ਨੂੰ, ਰੋਸ ਮੁਜ਼ਾਹਰਿਆਂ ਨੂੰ ਰੋਕਿਆ ਨਹੀਂ ਗਿਆ, ਕੇਵਲ ਤਰਨਤਾਰਨ ਰੋਕਿਆ ਗਿਆ। ਔਰ ਸਾਨੂੰ ਪੂਰਾ ਸ਼ੱਕ ਹੈ ਕਿ ਤਰਨਤਾਰਨ ਦੇ ਪੋਲੀਟੀਕਲ ਲੀਡਰਸ ਦਾ ਇਹਦੇ ਪਿੱਛੇ ਹੱਥ ਹੈ। ਕੱਲ ਬਰਨਾਲੇ ਵਿਖੇ ਵੀ ਸਾਡੇ ਸਿੰਘ ਜਿਹੜੇ ਪੋਸਟਰ ਵੰਡ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਇੱਕ ਡਰੈਕੋਨੀਅਨ ਲਾਅ ਹੈ ਸੈਡੀਸ਼ਨ ਦਾ, ਉਹਨਾਂ ਨੌਜਵਾਨਾਂ ਜਿਹੜੇ ਪੋਸਟਰ ਲੈ ਕੇ ਪੋਸਟਰ ਵੰਡ ਰਹੇ ਸੀ ਉਹਨਾਂ ਦੇ ਉੱਤੇ ਡਰੈਕੋਨੀਅਨ ਲਾਅ 124A ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਸੋ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਔਰ ਇਹ ਸਾਰਾ ਕੁਝ ਜੋ ਹੈ ਸਾਡੇ ਨਾਲ ਇੱਥੇ ਹੋ ਰਿਹਾ। ਇਸੇ ਕਰਕੇ ਅਸੀਂ ਅੱਜ ਗਰਮੀ ਦੇ ਵਿੱਚ ਸੜਕਾਂ ਦੇ ਉੱਤੇ ਬੈਠੇ ਹਾਂ ਔਰ ਪਿਛਲੇ 72 ਸਾਲ ਤੋਂ ਅਸੀਂ ਇਹ ਗੁਲਾਮੀ ਸਹਿ ਰਹੇ ਹਾਂ। ਪਿਛਲੇ 72 ਸਾਲ ਤੋਂ ਅਸੀਂ ਬੇਇਨਸਾਫੀਆਂ ਸਹਿ ਰਹੇ ਹਾਂ। ਪਿਛਲੇ 72 ਸਾਲ ਤੋਂ ਅਸੀਂ ਜਲਾਲਤ ਸਹਿ ਰਹੇ ਹਾਂ। ਜੋ ਕੁਝ ਕਸ਼ਮੀਰ ਦੇ ਵਿੱਚ ਹੋ ਰਿਹਾ, 1300 ਲੀਡਰਸ ਨੂੰ ਹੁਣ ਤੱਕ ਗ੍ਰਿਫਤਾਰ ਕਰ ਲਿਆ ਗਿਆ। ਪੂਰੀ ਦੀ ਪੂਰੀ ਜਿਹੜੀ ਜਨਤਾ ਉਹ ਕੇਜਡ ਹੈ, ਘਰ ਦੇ ਵਿੱਚ ਕੈਦ ਹੈ ਗਨ ਪੁਆਇੰਟ ਤੇ ਔਰ ਗਨ ਪੁਆਇੰਟ ਤੇ ਹੀ ਉਹਨਾਂ ਦੇ ਹੱਕ ਖੋਏ ਗਏ ਨੇ, ਹੱਕਾਂ ਤੇ ਡਾਕਾ ਮਾਰਿਆ ਗਿਆ, 370 ਤੋੜੀ ਗਈ ਹੈ। ਔਰ ਫਿਰ ਕਿਹਾ ਜਾ ਰਿਹਾ ਕਿ ਕਸ਼ਮੀਰ ਸ਼ਾਂਤ ਹੈ। ਕਸ਼ਮੀਰ ਸ਼ਾਂਤ ਹੈ ਗਨ ਪੁਆਇੰਟ ਤੇ। ਕਸ਼ਮੀਰ ਦੇ ਵਿੱਚ ਸ਼ਾਂਤੀ ਹੈ ਜਿਵੇਂ ਕਬਰਾਂ ਦੇ ਵਿੱਚ ਸਨਾਟਾ ਹੁੰਦਾ, ਉਸ ਤਰ੍ਹਾਂ ਦੀ ਸ਼ਾਂਤੀ ਹੈ। ਜਿਸ ਦਿਨ ਉੱਥੇ ਕਰਫਿਊ ਖੁੱਲ੍ਹੇਗਾ ਉਸ ਦਿਨ ਪਤਾ ਲੱਗੇਗਾ ਹਿੰਦੁਸਤਾਨ ਨੂੰ ਕਿ ਉਸਨੇ ਕਿੰਨਾ ਵੱਡਾ ਡਰਾਸਟਿਕ ਮਿਸਟੇਕ ਕੀਤੀ ਹੈ। ਔਰ ਇਹ ਸਾਰਾ ਕੁਝ ਅਸੀਂ ਅੱਜ ਕਸ਼ਮੀਰ ਦੇ ਲੋਕਾਂ ਦੇ ਨਾਲ ਹਾਂ ਦਾ ਨਾਅਰਾ ਮਾਰ ਰਹੇ ਹਾਂ। ਸਾਡੇ ਹੱਥਾਂ ਦੇ ਵਿੱਚ ਬੈਨਰ ਨੇ ਜਿਹਦੇ ਤੇ ਅਸੀਂ ਕਸ਼ਮੀਰ ਤੇ ਪੰਜਾਬ ਦਾ ਨਕਸ਼ਾ ਵਾਇਆ ਔਰ ਉਹਦੇ ਤੇ ਲਿਖਿਆ ਹੈ ਸਾਡਾ ਦਰਦ ਸਾਂਝਾ, ਸਾਡਾ ਦੁਸ਼ਮਣ ਸਾਂਝਾ। ਦੁਸ਼ਮਣ ਤੋਂ ਭਾਵ ਹੈ ਦਿੱਲੀ ਦੀ ਹਾਕਮ, ਦਿੱਲੀ ਦੇ ਹਕੂਮਤ। ਅਸੀਂ ਭਾਰਤੀ ਲੋਕਾਂ ਦੇ ਖਿਲਾਫ ਨਹੀਂ ਹਾਂ। ਅਸੀਂ ਅਗਰ ਅੱਜ 15 ਅਗਸਤ ਨੂੰ ਅਪੋਜ਼ ਕਰ ਰਹੇ ਹਾਂ, ਅਸੀਂ ਇਸ ਦੇ ਵਿਰੋਧ ਵਿੱਚ ਹਾਂ ਤੇ ਅਸੀਂ ਲੋਕਾਂ ਦੇ ਖਿਲਾਫ ਨਹੀਂ ਹਾਂ। ਅਸੀਂ ਭਾਰਤੀ ਹਕੂਮਤ ਦੀਆਂ ਪਾਲਿਸੀਆਂ ਦੇ ਖਿਲਾਫ ਹਾਂ, ਮੋਦੀ ਸਰਕਾਰ ਦੀਆਂ ਪਾਲਿਸੀਆਂ ਦੇ ਖਿਲਾਫ ਹਾਂ ਤੇ ਇਹਨਾਂ ਦੇ ਐਕਸ਼ਨਸ ਦੇ ਖਿਲਾਫ ਹਾਂ ਜਿਹੜਾ ਇੰਡੀਅਨ ਸਟੇਟ ਨੇ ਪਿਛਲੇ 72 ਸਾਲਾਂ ਤੋਂ ਸਿੱਖਾਂ ਤੇ ਘੱਟ ਗਿਣਤੀਆਂ ਤੇ ਮਿਨੋਰਟੀਜ਼ ਤੇ ਦਲਿਤਾਂ ਦੇ ਉੱਤੇ ਜਿਹੜੇ ਤਸ਼ੱਦਦ ਕੀਤਾ ਹੋਇਆ। ਸੋ ਅਸੀਂ ਉਹਨਾਂ ਦੀ ਇੰਡੀਅਨ ਸਟੇਟ ਦੇ ਐਕਸ਼ਨਸ ਦੇ ਖਿਲਾਫ ਅੱਜ ਸੜਕਾਂ ਤੇ ਬੈਠੇ ਹਾਂ ਔਰ ਸਾਡਾ ਜਿਹੜਾ ਪ੍ਰੋਟੈਸਟ ਹੈ ਇਹ ਪੂਰੇ ਪੰਜਾਬ ਦੇ ਵਿੱਚ ਹੈ। ਪੰਜਾਬ ਅੱਜ ਇੱਕ ਆਵਾਜ਼ ਹੈ। ਸਾਨੂੰ ਵੀ ਸਵੈ ਨਿਰਣੇ ਦਾ ਹੱਕ ਚਾਹੀਦਾ ਹੈ। ਪੰਜਾਬ ਨੂੰ ਵੀ ਆਪਣੀ ਆਜ਼ਾਦੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ ਵੀ ਉਹ ਵਾਅਦੇ ਜਿਹੜੇ ਸਾਡੇ ਨਾਲ 1947 ਦੇ ਵਿੱਚ ਕੀਤੇ ਗਏ ਸੀ, ਜਿਹੜੇ ਹਿੰਦੁਸਤਾਨ ਦੀ ਸਰਕਾਰ ਭੁੱਲ ਗਈ ਹੈ, ਉਹ ਅੱਜ ਵਫਾ ਹੋਣੇ ਚਾਹੀਦੇ ਨੇ, ਉਹ ਮਿਲਣੇ ਚਾਹੀਦੇ ਨੇ। ਯੂਨਾਈਟਿਡ ਨੇਸ਼ਨਸ ਦੀ ਅਗਵਾਈ ਹੇਠ ਇੱਥੇ ਰੈਫਰੈਂਡਮ ਹੋਣਾ ਚਾਹੀਦਾ ਔਰ ਸਿੱਖਾਂ ਨੂੰ, ਪੰਜਾਬੀਆਂ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਹੱਕ ਹੋਣਾ ਚਾਹੀਦਾ ਕਿ ਅਸੀਂ ਆਪਣੀ ਹੱਕ ਦਾ ਇਸਤੇਮਾਲ ਕਰ ਸਕੀਏ, ਅਸੀਂ ਵੀ ਆਜ਼ਾਦੀ ਦਾ ਨਿੱਘ ਮਾਣ ਸਕੀਏ। ਅੱਜ ਦੇ ਇਸ ਪ੍ਰੋਟੈਸਟ ਦੇ ਵਿੱਚ SFS ਸਟੂਡੈਂਟਸ ਫॉर ਸੁਸਾਇਟੀ ਜਿਹੜੀ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਇਸ ਵੇਲੇ ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਕਨੂੰ ਪ੍ਰਿਆ, ਉਹ ਵੀ ਇਸ ਪ੍ਰੋਟੈਸਟ ਦੇ ਵਿੱਚ ਸਪੈਸ਼ਲ ਤੌਰ ਤੇ ਚੰਡੀਗੜ੍ਹ ਤੋਂ ਆਏ ਨੇ ਸਾਡੇ ਨਾਲ ਇਕਜੁੱਟਤਾ ਪ੍ਰਗਟਾਉਣ ਲਈ। ਅਸੀਂ ਕਸ਼ਮੀਰ ਦੇ ਨਾਲ ਇਕਜੁੱਟਤਾ ਪ੍ਰਗਟਾ ਰਹੇ ਹਾਂ ਔਰ ਅਸੀਂ ਕੰਡੈਮ ਕਰਦੇ ਹਾਂ ਜੋ ਇੰਡੀਅਨ ਸਟੇਟ ਉੱਥੇ ਗਨ ਪੁਆਇੰਟ ਤੇ ਕਰ ਰਿਹਾ ਹੈ। ਮੈਂ ਹੁਣ ਬੇਨਤੀ ਕਰਾਂਗਾ ਕਿ ਕਨੂੰ ਪ੍ਰਿਆ ਨੂੰ ਕਿ ਉਹ ਵੀ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖਣ। ਇਹੋ ਜਿਹਾ ਆਜ਼ਾਦ ਮੁਲਕ ਜਿਹਦੇ ਵਿੱਚ ਕਸ਼ਮੀਰ ਦੇ तमाम ਲੋਕਾਂ ਨੂੰ ਮੀਡੀਆ ਤੋਂ ਦੂਰ, तमाम ਲੋਕਾਂ ਨੂੰ ਅਖਬਾਰਾਂ ਤੋਂ ਦੂਰ ਇਹੋ ਜਿਹੇ ਇੱਕ ਘੁੱਟਵੇਂ ਮਾਹੌਲ ਵਿੱਚ ਰੱਖਿਆ ਗਿਆ ਹੈ
ਜਿਹਦੇ ਵਿੱਚ ਨਾ ਉਹ ਬੋਲ ਸਕਣ, ਨਾ ਉਹ ਇਕੱਠੇ ਹੋ ਸਕਣ, ਨਾ ਉਹਨਾਂ ਦੀ ਕੋਈ ਰਾਏ ਮਸ਼ਵਰਾ ਲਿਆ ਜਾਏ। ਜਿਹੜਾ 370 ਹਟਾ ਕੇ ਇਸ ਹਕੂਮਤ ਨੇ, ਇਸ ਭਾਰਤ ਦੀ ਸੱਤਾ ਨੇ ਇੱਕ ਵਾਰ ਫੇਰ ਤੋਂ ਇਹ ਸਾਡੇ ਸਾਹਮਣੇ ਰੱਖਿਆ ਹੈ ਕਿ ਕਿਸ ਤਰੀਕੇ ਨਾਲ ਇਹ ਆਪਣੇ ਆਟੋਕ੍ਰੈਟਿਕ ਤਰੀਕੇ ਨਾਲ ਲੋਕਾਂ ਨੂੰ ਕੁਚਲਦੀ ਹੈ, ਉਹ ਸਾਨੂੰ ਅੱਜ ਸਮਝ ਜਾਣ ਦੀ ਜ਼ਰੂਰਤ ਹੈ। ਇੰਡੀਆ ਨੂੰ ਐਜ਼ ਅ ਨੇਸ਼ਨ ਜਦੋਂ ਇਹ ਕਹਿੰਦੇ ਨੇ, ਇਹ ਉਦੋਂ ਹੀ ਵਾਇਲੈਂਸ ਕਰ ਜਾਂਦੇ ਨੇ। ਇਸ ਮੁਲਕ ਨੂੰ ਬਣਾਉਣ ਪਿੱਛੇ ਵੀ ਜਿਹੜੇ ਕੁਝ ਇਲਾਕੇ ਜੋੜੇ ਗਏ, ਉਹ ਸਭ ਤੋਂ ਵੱਡਾ ਵਾਇਲੈਂਸ ਰਿਹਾ ਹੈ, ਕਿਉਂਕਿ ਉਹ ਲੋਕ ਖੁਦ ਨਹੀਂ ਸੀ ਜੁੜਨਾ ਚਾਹੁੰਦੇ। ਉੱਥੇ ਵੀ ਆਰਮੀ ਡਿਪਲੋਏ ਕਰਕੇ ਉਹਨਾਂ ਤੇ ਹਮਲੇ ਕਰਕੇ ਹੀ ਇਸ ਨੂੰ ਇੱਕ ਮੁਲਕ ਬਣਾ ਕੇ ਕਿਹਾ ਗਿਆ। ਅੱਜ ਕਸ਼ਮੀਰ ਵਿੱਚ ਵੀ, ਕਸ਼ਮੀਰ ਉਹ ਇਲਾਕਾ ਹੈ ਜਿੱਥੇ ਸਭ ਤੋਂ ਜ਼ਿਆਦਾ ਫੌਜ ਭਰਤੀ ਕੀਤੀ ਜਾਂਦੀ ਹੈ। ਪੂਰੇ ਵਰਲਡ ਵਿੱਚ ਅਗਰ ਦੇਖਿਆ ਜਾਏ ਸਭ ਤੋਂ ਜ਼ਿਆਦਾ ਫੌਜ ਕਿਤੇ ਭਰਤੀ ਕੀਤੀ ਗਈ ਹੈ ਤਾਂ ਉਹ ਕਸ਼ਮੀਰ ਇਲਾਕਾ ਹੈ। ਤਾਂ ਇਹੋ ਜਿਹੇ ਇਲਾਕੇ ਵਿੱਚ ਹੋਰ ਆਰਮੀ ਡਿਪਲੋਏ ਕਰਕੇ ਉੱਥੇ ਲੋਕਾਂ ਦੀ ਆਵਾਜ਼ ਨੂੰ ਹੋਰ ਦਬਾਉਂਦਿਆਂ ਇਹ ਉਸ ਨੂੰ ਹੁਣ ਆਪਣਾ ਹਿੱਸਾ ਗਿਣ ਰਹੇ ਨੇ। ਤੇ ਭਗਤ ਸਿੰਘ ਵੀ ਕਹਿੰਦਾ ਸੀਗਾ ਕਿ ਜਦੋਂ ਤੱਕ ਕੋਈ ਵੀ ਇੱਕ ਵੀ ਇਨਸਾਨ ਜਦੋਂ ਤੱਕ ਆਜ਼ਾਦ ਨਹੀਂ ਹੈ, ਉਦੋਂ ਤੱਕ ਸਾਨੂੰ ਆਪਣੀ ਆਜ਼ਾਦੀ ਮੰਨਣ ਦਾ ਕੋਈ ਅਧਿਕਾਰ ਨਹੀਂ ਹੈ ਤੇ ਸਾਨੂੰ ਉਸ ਇਨਸਾਨ ਦੀ ਆਜ਼ਾਦੀ ਦੇ ਲਈ ਲੜਨਾ ਜ਼ਿੰਮੇਵਾਰੀ ਸਮਝਣਾ ਚਾਹੀਦਾ ਹੈ। ਅੱਜ ਅਸੀਂ ਇੰਨੇ ਘੇਰੇ 'ਚ ਖੜੇ ਬੋਲੀ ਜਾ ਰਹੇ ਹਾਂ ਤੇ ਇੰਨੀ ਕੀ ਆਜ਼ਾਦੀ ਹੈ ਕਿ ਤਰਨ ਇੰਨੀ ਛੋਟੀ ਸਪੇਸ ਵੀ ਨਹੀਂ ਦਿੱਤੀ ਗਈ। ਉੱਥੇ ਇੰਨੀ ਛੋਟੀ ਸਪੇਸ ਲਈ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਤਾਂ ਪੰਜਾਬ ਵੀ ਇਹ ਸਮਝ ਜਾਵੇ, ਇਹ ਲੋਕ ਸਾਰੇ ਸਮਝ ਜਾਣ ਕਿ ਸਾਡੀ ਜਿਹੜੀ ਸਟੇਟ ਹੈ, ਇਹਦਾ ਜਿਹੜਾ ਇੱਕ ਰਵੱਈਆ ਹੈ, ਇਹ ਹਿੰਦੂਤਵਾ ਦੀ ਪੋਲਿਟਿਕਸ ਤੋਂ ਕਿਤੇ ਪਰਾਂ ਨਹੀਂ ਹੈ। ਇਹ ਹਿੰਦੂ ਰਾਸ਼ਟਰ ਦੀ ਪੋਲਿਟਿਕਸ ਦੇ ਉੱਤੇ ਨਿਰਭਰ ਹੈ ਤੇ ਇਹਦੇ ਲਈ ਮਾਈਨੋਰਿਟੀਜ਼, ਇਹਦੇ ਲਈ ਮੁਸਲਮਾਨ ਕੋਈ ਜ਼ਰੂਰੀ ਨਹੀਂ, ਇਹਦੇ ਲਈ ਸਿੱਖ ਕੋਈ ਜ਼ਰੂਰੀ ਨਹੀਂ ਹੈ। ਇਹ ਸਾਨੂੰ ਅੱਜ ਸਮਝ ਜਾਣ ਦੀ ਜ਼ਰੂਰਤ ਹੈ। ਪੁਰਾਣੇ ਸਮੇਂ ਦੀ ਇਹ ਕਹਾਵਤ ਹੈ ਤੇ ਪੁਰਾਣੇ ਸਮਿਆਂ 'ਚ ਇੱਦਾਂ ਹੁੰਦਾ ਵੀ ਰਿਹਾ ਆ ਕਿ ਜਦੋਂ ਇੱਕ ਆਜ਼ਾਦ ਖਿਆਲ ਦੀ ਕੁੜੀ ਕਿਤੇ ਹੁੰਦੀ ਹੈ ਤਾਂ ਉਸ ਨੂੰ ਅਫੀਮ ਖਵਾ ਕੇ ਜਾਂ ਡਰਾ ਧਮਕਾ ਕੇ ਇੱਕ ਮੰਡਪ 'ਚ ਬਿਠਾ ਦਿੱਤਾ ਜਾਂਦਾ ਆ ਕਿਸੇ ਐਰੇ ਗਹਿਰੇ ਮੁੰਡੇ ਨਾਲ ਕਿ ਹੁਣੇ ਉਹ ਚੁੱਪ ਕਰ ਜਾਏ, ਕਿ ਹੁਣੇ ਉਹ ਬਾਜ਼ ਆ ਜਾਏ। ਤੇ ਇਹੋ ਜਿਹੇ ਮਾਹੌਲ ਵਿੱਚ ਅਣਜਾਣ ਲੋਕ ਆਸ-ਪਾਸ ਨੱਚਦੇ ਨੇ। ਉਹ ਅਣਜਾਣ ਲੋਕ ਅੱਜ ਭਾਰਤ ਵਿੱਚ ਕਈ ਥਾਵਾਂ ਤੇ ਬੈਠੇ ਨੇ, ਪਰ ਪੰਜਾਬ ਲਈ ਇਹ ਜਿਹੜੀ ਆਜ਼ਾਦ ਖਿਆਲਾਂ ਵਾਲੀ ਧੀ ਹੈ ਉਹ ਕੋਈ ਅਣਜਾਣ ਨਹੀਂ ਹੈ। ਪੰਜਾਬ ਇਸ ਆਜ਼ਾਦੀ ਮੰਗਦੀ ਧੀ ਨੂੰ ਜਾਣਦਾ ਹੈ। ਉਹ ਅੱਜ ਦੇ ਸਮੇਂ ਕਸ਼ਮੀਰ ਹੈ, ਪੰਜਾਬ ਵੀ ਹੈ, ਮਨੀਪੁਰ ਵੀ ਹੈ, ਛੱਤੀਸਗੜ੍ਹ ਵੀ ਹੈ। ਸਾਨੂੰ ਸਮਝ ਜਾਣ ਦੀ ਜ਼ਰੂਰਤ ਹੈ ਕਿ ਇਸ ਵਿਚਾਰ ਤੇ ਇਹ ਜਿਹੜੇ ਸਵਾਲ ਉਠਾਉਣ ਵਾਲੇ ਲੋਕ ਨੇ, ਚਾਹੇ ਉਹ ਵਿਦਿਆਰਥੀ ਨੇ, ਅਧਿਆਪਕ ਨੇ, ਵਕਾਲਤ ਕਰਦੇ ਲੋਕ ਨੇ, ਉਹਨਾਂ ਤੇ ਕਿਸ ਤਰੀਕੇ ਨਾਲ ਡਰੈਕੋਨੀਅਨ ਕਾਲੇ ਕਾਨੂੰਨ ਲਗਾਏ ਜਾ ਰਹੇ ਨੇ। ਅਮਿਤ ਸ਼ਾਹ ਖੁੱਲ੍ਹੇ ਰੂਪ ਵਿੱਚ ਅਮੈਂਡਮੈਂਟ ਕਰਵਾ ਰਿਹਾ ਆ ਤੇ ਉਹ ਅਮੈਂਡਮੈਂਟ ਕਿਸੇ ਵੀ ਇੰਡੀਵਿਜੂਅਲ ਤੇ ਲੱਗ ਸਕਦੀ ਹੈ। ਮਤਲਬ ਕੋਈ ਵੀ ਇਨਸਾਨ, ਜਥੇਬੰਦੀ ਨਹੀਂ ਬਲਕਿ ਇੱਕ ਇਨਸਾਨ ਵੀ ਅਗਰ ਕਿਸੇ ਇਸ ਹਕੂਮਤ ਦੇ ਸਵਾਲ ਉਠਾਉਂਦਾ ਹੈ ਤਾਂ ਉਸ ਤੇ ਹੁਣ UAPA ਵਰਗੇ ਕਾਲੇ ਕਾਨੂੰਨ ਲਗਾ ਦਿੱਤੇ ਜਾਣਗੇ। ਪੰਜਾਬ ਕਿੱਥੇ ਭੁੱਲਿਆ ਹੈ? ਕੁਝ ਮਹੀਨਿਆਂ ਪਹਿਲਾਂ ਜਦੋਂ ਉਹਦਾ ਨੌਜਵਾਨ ਮਹਿਜ਼ ਲਿਟਰੇਚਰ ਰੱਖਣ ਦੇ ਵਜ੍ਹਾ ਤੋਂ ਜੇਲ੍ਹ ਵਿੱਚ ਕਰ ਦਿੱਤਾ ਜਾਂਦਾ ਹੈ। ਪੰਜਾਬ ਕਿੱਥੇ ਭੁੱਲਿਆ ਹੈ ਉਹ ਡਿਸਅਪੀਅਰੈਂਸਿਸ ਤੇ ਉਹ ਫੇਕ ਐਨਕਾਊਂਟਰਸ? ਕਸ਼ਮੀਰ ਵਿੱਚ ਵੀ ਅੱਜ ਇਹੀ ਹਾਲ ਹੈ। ਸਾਲਾਂ ਸਾਲ ਚੱਲਦਾ ਇਹੀ ਹਾਲ ਹੈ, ਜਿਸ ਦੀ ਉਮੀਦਗੀ 'ਚ ਅਸੀਂ ਇੱਥੇ ਇੱਕ ਛੋਟੇ ਜਿਹੇ ਘੇਰੇ ਵਿੱਚ ਸਾਨੂੰ ਖੜੇ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਹ ਕਿਹੋ ਜਿਹੀ ਆਜ਼ਾਦੀ ਹੈ ਜਿਸ ਵਿੱਚ ਔਰਤਾਂ ਦੇ ਬਲਾਤਕਾਰ, ਛੋਟੇ ਬੱਚਿਆਂ ਤੇ ਪੈਲੇਟ, ਨੌਜਵਾਨਾਂ ਦੀਆਂ ਗ੍ਰਿਫਤਾਰੀਆਂ, ਉਹਨਾਂ ਤੇ ਹਮਲੇ, ਉਹਨਾਂ ਦੀਆਂ ਮੌਤ, ਉਹਨਾਂ ਤੇ ਫੇਕ ਐਨਕਾਊਂਟਰ, ਡਿਸਅਪੀਅਰੈਂਸਿਸ ਇਹ ਲਗਾਤਾਰ ਚੱਲਦੇ ਆ ਰਹੇ। ਹੁਣ ਅਸੀਂ ਕਿਵੇਂ ਕਹਿ ਦਈਏ ਕਿ ਅੱਜ ਆਜ਼ਾਦੀ ਦਾ ਦਿਨ ਹੈ? ਇਸ ਨੂੰ ਸਮਝ ਜਾਣ ਦੀ ਜ਼ਰੂਰਤ ਹੈ ਕਿ ਇਹ ਆਜ਼ਾਦੀ ਇੱਥੋਂ ਦੇ ਕਾਰਪੋਰੇਟ ਲਈ ਹੈ। ਸਾਨੂੰ ਸਮਝ ਜਾਣ ਦੀ ਜ਼ਰੂਰਤ ਹੈ ਕਿ ਇਹ ਆਜ਼ਾਦੀ ਇਹਨਾਂ ਮਨੂਵਾਦੀ ਬਲਾਤਕਾਰੀਆਂ ਦੀ ਹੈ, ਕਿਉਂਕਿ ਜਦੋਂ ਇਹ ਸ਼ਰੇਆਮ ਉਨਾਓ ਵਾਲੇ ਕੇਸ ਵਿੱਚ ਵੀ ਬਲਾਤਕਾਰ ਦੇ ਹੱਕ ਵਿੱਚ ਖੜੇ ਹੁੰਦੇ ਨੇ, ਆਸਿਫਾ ਬਾਨੋ ਦੇ ਕੇਸ ਵਿੱਚ ਵੀ ਬਲਾਤਕਾਰੀਆਂ ਦੇ ਹੱਕ ਵਿੱਚੋਂ ਤਿਰੰਗੇ ਲੈ ਕੇ ਨਿਕਲਦੇ ਨੇ, ਤਾਂ ਉਸ ਤਿਰੰਗੇ ਨੂੰ ਅੱਜ ਅਸੀਂ ਕਿਵੇਂ ਫੜ ਕੇ ਖੜੇ ਹੋ ਜਾਈਏ? ਅੱਜ ਅਸੀਂ ਕਿਉਂ ਨਾ ਕਾਲੇ ਝੰਡੇ ਫੜੀਏ? ਅੱਜ ਅਸੀਂ ਕਿਵੇਂ ਆਜ਼ਾਦੀ ਮੰਨ ਲਈਏ? ਤਾਂ ਇਸ ਸਭ ਦਾ ਵਿਰੋਧ ਪ੍ਰਦਰਸ਼ਨ ਕਰਨ ਨੂੰ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਸਾਨੂੰ ਇਹ ਵੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਇਹ ਸਟੇਟ ਦਾ ਦਮਨ ਵੱਧਦਾ ਜਾ ਰਿਹਾ ਹੈ, ਤਿੱਖੇ ਰੂਪ ਵਿੱਚ ਆ ਰਿਹਾ ਹੈ, ਤਾਂ ਸਾਇੰਸ ਸਾਨੂੰ ਇਹ ਸਮਝਾਉਂਦੀ ਆਈ ਹੈ ਕਿ ਜਿੰਨਾ ਦਬਾਅ ਤੁਸੀਂ ਪਾਓਗੇ ਲੋਕਾਂ ਤੇ, ਲੋਕ ਲਹਿਰਾਂ ਉਨੀਆਂ ਹੀ ਉੱਪਰ ਨੂੰ ਉੱਠ ਕੇ ਆਉਣਗੀਆਂ। ਉਹਨਾਂ ਲੋਕ ਲਹਿਰਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਵੀ ਉਹ ਲੋਕ ਲਹਿਰਾਂ ਆਉਣਗੀਆਂ, ਕਸ਼ਮੀਰ ਵਿੱਚ ਵੀ ਉਹ ਆ ਰਹੀਆਂ ਨੇ, ਤੇ ਬਾਕੀ ਦੇਸ਼ ਦੇ ਹੋਰ ਵੀ ਕੋਨਿਆਂ ਵਿੱਚ ਜਿੱਥੇ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ, ਇਹ ਲੋਕ ਲਹਿਰਾਂ ਉੱਠਣਗੀਆਂ। ਲੋਕੀ ਇਹਨਾਂ ਤੋਂ ਅੱਜ ਡਰਾਏ, ਜਿਸ ਤਰੀਕੇ ਨਾਲ ਵੀ ਡਰਾਏ ਧਮਕਾਏ ਜਾ ਰਹੇ ਨੇ, ਉਹ ਫਿਰ ਵੀ ਇਕੱਠੇ ਹੁੰਦੇ ਨੇ। ਚਾਹੇ ਅੰਮ੍ਰਿਤਸਰ ਕਹੀਏ, ਤਰਨਤਾਰਨ ਕਹੀਏ, ਹੋਰ ਜਿੰਨੇ ਵੀ ਪੰਜਾਬ ਦੇ ਸ਼ਹਿਰ ਨੇ, ਸੂਬੇ ਨੇ, ਉਹਨਾਂ ਸਭ ਵਿੱਚ ਅੱਜ ਇੱਥੇ ਇਕਜੁੱਟ ਹੋ ਕੇ ਕਾਲੇ ਝੰਡੇ ਲੈ ਕੇ ਅਸੀਂ ਇਕੱਠੇ ਹੋਏ ਹਾਂ। ਅਸੀਂ ਉਹ ਮਰੀਆਂ ਮੱਛੀਆਂ ਨਹੀਂ ਹੈਗੀਆਂ ਜਿਹੜੀਆਂ ਅੱਜ ਇਕੱਠੇ ਹੋ ਕੇ ਮਾਰਚ ਕਰ ਦਈਏ ਤੇ ਅੱਜ ਇਕੱਠੇ ਹੋ ਕੇ ਉਹਨਾਂ ਤਿਰੰਗਿਆਂ ਨੂੰ ਲਹਿਰਾ ਕੇ ਤੇ ਜੈ ਹਿੰਦ ਕਰ ਦਈਏ।
ਅਸੀਂ ਸਮਝ ਚੁੱਕੇ ਹਾਂ ਜੈ ਹਿੰਦ ਦੀ ਪੋਲਿਟਿਕਸ ਜਿਹੜੀ ਨਹਿਰੂ ਕਰਦਾ ਹੈ, ਤੇ ਅਸੀਂ ਸਮਝ ਚੁੱਕੇ ਹਾਂ ਅੱਜ ਰਾਮ ਦੀ ਪੋਲਿਟਿਕਸ ਜਿਹੜੀ ਬੀਜੇਪੀ ਕਰ ਰਹੀ ਹੈ। ਅਸੀਂ ਇਹਨਾਂ ਨੇ ਇਸ ਬਹਾਵ ਵਿੱਚ ਆਉਣ ਨਹੀਂ ਵਾਲੇ, ਇਹਦਾ ਵਿਰੋਧ ਲਗਾਤਾਰ ਮਜ਼ਬੂਤ ਕਰਨ ਵਾਲੇ ਆ। ਤਾਂ ਇਸੇ ਨਾਲ ਹੀ ਮੈਂ ਅੰਤ ਕਰੂੰਗੀ ਕਿ ਇੱਕ ਨਾਰਾ ਹੈਗਾ ਆ ਕਿ ਇਹ ਲੋਕ ਘੋਲ ਨਾ ਥੰਮਣਗੇ, ਘਰ ਘਰ ਯੋਧੇ ਜੰਮਣਗੇ। ਉਹ ਯੋਧੇ ਜੰਮਣਗੇ, ਅੱਜ ਵੀ ਉਹ ਲੋਕ ਇਕੱਠੇ ਹੋ ਰਹੇ ਨੇ ਤੇ ਉਹ ਲੋਕ ਵੀ ਇਹਨਾਂ ਨੂੰ ਇੱਕ ਜਵਾਬ ਦੇਣ ਨੂੰ ਤਿਆਰ ਨੇ। ਪਰ ਜਿਹੜੇ ਚੀਫ ਮਿਨਿਸਟਰ ਖੱਟੜ ਸਾਹਿਬ ਹੈਗੇ ਹਰਿਆਣੇ ਦੇ, ਉਹਨਾਂ ਨੇ ਬਿਆਨ ਦਿੱਤਾ ਕਿ ਪਹਿਲਾਂ ਸਾਡੇ ਹਰਿਆਣੇ 'ਚ ਅਸੀਂ ਬਿਹਾਰ ਤੋਂ ਬੀਬੀਆਂ ਫੜ ਕੇ ਲਿਆਉਂਦੇ ਸੀ ਤੇ ਆਪਣੇ ਜਿਹੜੇ ਵਿਆਹੇ ਹੋਏ ਨਹੀਂ ਸੀ ਉਹਨਾਂ ਦੇ ਘਰ ਬਿਠਾ ਦਿੰਦੇ ਸੀਗੇ। ਕਹਿੰਦੇ ਹੁਣ ਸਾਨੂੰ ਬਿਹਾਰ ਦੀਆਂ ਬੀਬੀਆਂ ਨਹੀਂ ਚਾਹੀਦੀਆਂ, ਸਾਡੇ ਲਈ ਕਸ਼ਮੀਰ ਖੁੱਲ੍ਹ ਗਿਆ ਤੇ ਉੱਥੋਂ ਅਸੀਂ ਹੁਣ ਕੁੜੀਆਂ ਲੈ ਕੇ ਆਉਣੀਆਂ ਤੇ ਜਿਹੜੇ ਵਿਆਹੇ ਹੋਏ ਬੰਦੇ ਨਹੀਂ ਹੈ ਉਹਨਾਂ ਦੇ ਘਰਾਂ ਦੇ ਵਿੱਚ ਬਿਠਾ ਦੇਣੀ ਹੈ। ਤੁਸੀਂ ਦੱਸੋ, ਇਹ ਹਿਟਲਰ ਸ਼ਾਹੀ ਤੋਂ ਇਹ ਐਸੇ ਜਿਹੇ ਗੰਦੇ ਖਿਆਲਾਤ ਦੇ ਬੰਦੇ ਜਿਹੜੇ ਸਾਡੇ ਉੱਤੇ ਅੱਜ ਰਾਜ ਕਰਦੇ ਹੈ, ਇਹ ਬੀਬੀਆਂ ਨੂੰ ਅਨੇਕ ਬੰਦਿਆਂ ਨੂੰ ਇਕੱਠਾ ਹੋ ਕੇ, ਔਰ ਨਿਤੀਸ਼ ਕੁਮਾਰ ਜੀ ਜਿਹੜੇ ਬਿਹਾਰ ਦੇ ਚੀਫ ਮਿਨਿਸਟਰ ਹੈ ਉਹ ਵੀ ਸਾਨੂੰ ਦੱਸਣ ਕਿ ਜੋ ਖੱਟੜ ਕਹਿੰਦਾ ਕਿ ਬਿਹਾਰ ਤੋਂ ਅਸੀਂ ਤੁਹਾਡੀਆਂ ਕੁੜੀਆਂ ਲੈ ਕੇ ਆਉਂਦੇ ਸੀਗੇ ਉਹ ਠੀਕ ਹੈ। ਇਹ ਬਦਨਾਮੀ ਦੀ ਗੱਲ ਜਿਹੜੀ ਕੀਤੀ ਹੈ ਖੱਟੜ ਨੇ, ਇਸ ਨੂੰ ਘੁੱਟ ਕੇ ਕੁੱਟੀ ਰੱਖਣਾ ਚਾਹੀਦਾ, ਨਾ ਇਹਨੂੰ ਪਾਣੀ ਪਿਆਓ ਨਾ ਇਹਨੂੰ ਰੋਟੀ ਖਾਣ ਨੂੰ ਦਿਓ। ਘੁੱਟੀ ਰੱਖੋ ਜਿੰਨਾ ਚਿਰ ਇਹਦੇ ਖਿਆਲਾਤ ਸ਼ੁੱਧ ਨਹੀਂ ਹੁੰਦੇ। ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਬੀਬੀ ਕਨੂਪ੍ਰਿਆ, ਉਹ ਵੀ ਇੱਥੇ ਪਹੁੰਚੇ ਨੇ ਇਸ ਰੋਸ ਧਰਨੇ ਦੇ ਵਿੱਚ। ਉਹਨਾਂ ਨਾਲ ਗੱਲਬਾਤ ਕਰਦੇ ਆ। ਤੁਹਾਨੂੰ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਲੈ ਰਹੇ ਹੋ ਅੱਜ ਦੇ ਧਰਨੇ ਨੂੰ ਕਿ 15 ਅਗਸਤ ਜਦੋਂ ਕਿ 73ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈਗੀ ਆ, ਔਰ ਉੱਥੇ ਅਸੀਂ ਕਾਲੀਆਂ ਝੰਡੀਆਂ ਨਾਲ ਜਿਹੜੇ ਹੈਗੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਨੇ ਉਹ ਇਹ ਦਿਨ ਜਿਹੜਾ ਮਨਾ ਰਹੇ ਨੇ? ਜੇ ਗੱਲ ਕੀਤੀ ਜਾਵੇ ਕਿ 72 ਸਾਲਾਂ ਬਾਅਦ ਵੀ ਜਦੋਂ ਅਸੀਂ ਕਾਲੇ ਝੰਡੇ ਫੜ ਕੇ ਅੱਜ ਇੱਥੇ ਇੱਕ ਮੁਜ਼ਾਹਰਾ ਲੈ ਕੇ ਖੜੇ ਆ, ਤਾਂ ਅਸੀਂ ਕਿਉਂ ਖੜੇ ਆ? ਕਿਉਂਕਿ 72 ਸਾਲਾਂ ਬਾਅਦ ਵੀ ਕੋਈ ਚੀਜ਼ਾਂ ਬਦਲੀਆਂ ਨਹੀਂ ਲੱਗ ਰਹੀਆਂ। ਗੋਰਾ ਜਿਹੜਾ ਹਾਕਮ ਸੀਗਾ ਉਹ ਅੱਜ ਕਾਲਾ ਹਾਕਮ ਹੈ, ਹੋਰ ਇਹਦੇ ਵਿੱਚ ਕੋਈ ਬੜਾ ਫਰਕ ਨਹੀਂ ਹੈਗਾ ਜਿਹੜਾ ਸਾਡੇ ਸਾਹਮਣੇ ਆਉਂਦਾ ਹੈ। ਲੋਕ ਅੱਜ ਵੀ ਉਸੇ ਤਰੀਕੇ ਨਾਲ ਦੱਬੇ ਕੁਚਲੇ ਨੇ। ਜੇ ਤੁਸੀਂ ਗੱਲ ਕਰੋ ਝੰਡੀਆਂ ਦੀ, ਅਸੀਂ ਕਿੱਦਾਂ ਜੋ ਤਿਰੰਗੇ ਲੈ ਕੇ ਖੜ ਜਾਈਏ ਜਿਨ੍ਹਾਂ ਨੂੰ ਇਹਨਾਂ ਨੇ ਬਲਾਤਕਾਰੀਆਂ ਦੇ ਹੱਕ 'ਚ ਫੜਿਆ, ਜਿਨ੍ਹਾਂ ਨੂੰ ਫੜ ਕੇ ਇਹਨਾਂ ਨੇ ਕਿਸੇ ਮੁਸਲਮਾਨ ਨੂੰ ਮਾਰ ਦਿੱਤਾ ਮਹਿਜ਼ ਇੱਕ ਮਾਸ ਹੋਣ ਦੇ ਕਰਕੇ। ਅਸੀਂ ਕਿੱਦਾਂ ਉਹ ਝੰਡੇ ਲੈ ਕੇ ਖੜ ਜਾਈਏ ਜਿਹੜੇ ਹਰ ਇੱਕ ਨੈਸ਼ਨੈਲਿਟੀ ਨੂੰ ਮਿਲੀਟਰਾਈਜ਼ ਕਰਕੇ ਉੱਥੇ ਫੌਜਾਂ ਪਹੁੰਚਾ ਕੇ ਉਹਨਾਂ ਦੀ ਆਵਾਜ਼ਾਂ ਦਬਾ ਕੇ, ਉਹਨਾਂ ਦੀ ਔਰਤਾਂ ਨਾਲ ਬਲਾਤਕਾਰ ਕਰਕੇ, ਬੱਚਿਆਂ ਤੇ ਪੈਲਟ ਚਲਾ ਕੇ, ਡਿਸਅਪੀਅਰੈਂਸਿਸ ਕਰਕੇ, ਝੂਠੇ ਪਰਚੇ ਪਾ ਕੇ, ਫੇਕ ਇਨਕਾਊਂਟਰ ਕਰਕੇ ਉਸ ਜ਼ਮੀਨ ਨੂੰ ਕਬਜ਼ਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਕਿੱਦਾਂ ਅੱਜ ਮੰਨ ਜਾਈਏ ਕਿ ਅਸੀਂ ਆਜ਼ਾਦ ਹਾਂ? ਭਗਤ ਸਿੰਘ ਵੀ ਇਹ ਕਹਿੰਦਾ ਜਦੋਂ ਤੱਕ ਇੱਕ ਵੀ ਇੰਡੀਵਿਜੂਅਲ ਆਜ਼ਾਦ ਨਹੀਂ ਹੁੰਦਾ ਸਾਨੂੰ ਆਪਣੀ ਆਜ਼ਾਦੀ ਮਨਾਉਣ ਦਾ ਕੋਈ ਅਧਿਕਾਰ ਨਹੀਂ ਹੈਗਾ, ਬਲਕਿ ਇੱਕ ਵੱਡੀ ਜ਼ਿੰਮੇਵਾਰੀ ਹੈ ਸਾਡੇ ਸਿਰ ਤੇ ਕਿ ਅਸੀਂ ਉਸ ਨੂੰ ਵੀ ਆਜ਼ਾਦ ਕਰੀਏ। ਅਸੀਂ ਇੱਥੇ ਖੜੇ ਹੋਏ ਹਾਂ ਅੱਜ ਕਸ਼ਮੀਰ ਦੀ ਹਮਾਇਤ ਵਿੱਚ ਵੀ, ਕਸ਼ਮੀਰ ਦੇ ਲੋਕਾਂ ਦੀ ਹਮਾਇਤ ਵਿੱਚ ਜਿਹੜਾ ਇਹ ਦੇਸ਼ ਦੀ ਹਕੂਮਤ ਭੁੱਲ ਚੁੱਕੀ ਹੈ। ਇਹਨੂੰ ਕਸ਼ਮੀਰ ਤਾਂ ਸਭ ਤੋਂ ਪਹਿਲਾਂ ਚੇਤੇ ਆ, ਪਰ ਇਸ ਨੂੰ ਕਸ਼ਮੀਰੀ ਲੋਕ ਨਹੀਂ ਚੇਤੇ। ਜੇ ਕਿਤੇ ਕਸ਼ਮੀਰੀ ਲੋਕ ਚੇਤੇ ਹੁੰਦੇ ਤਾਂ ਉਹਨਾਂ ਨੂੰ ਇੰਨਾ ਅੱਜ ਦਬਾ ਕੇ ਨਾ ਰੱਖਦੇ, ਤਾਂ ਜੋ ਸਾਡੇ ਟੀਵੀਆਂ ਤੇ ਸਾਨੂੰ ਪਤਾ ਚੱਲਦਾ ਕਿ ਸਾਡੀਆਂ ਉੱਥੇ ਮਾਵਾਂ ਭੈਣਾਂ ਤੇ ਭਰਾਵਾਂ ਦੀ ਹਾਲਤ ਕੀ ਹੈ। ਉਹ ਹਾਲਤ ਨੂੰ ਲੁਕਾਉਣ ਪਿੱਛੇ ਇੱਕ ਵੱਡੀ ਰਾਜਨੀਤੀ ਹੈ। ਉਹ ਇਹ ਰਾਜਨੀਤੀ ਹੈ ਕਿ ਇਹਨਾਂ ਲੋਕਾਂ ਨੂੰ ਦਬਾ ਕੇ ਤੇ ਉਹਨਾਂ ਨੂੰ ਕਬਜ਼ਾ ਦਿੱਤਾ ਜਾਵੇ। ਪਰ ਅਸੀਂ ਇਹ ਸਮਝਦੇ ਹਾਂ ਤੇ ਅਸੀਂ ਜੇ ਹਿਸਟਰੀ ਤੋਂ ਤੁਸੀਂ ਲੋਕਾਂ ਨੂੰ ਦਬਾਉਣਾ ਚਾਹੁੰਦੇ ਹੋ ਤਾਂ ਅਸੀਂ ਵੀ ਹਿਸਟਰੀ 'ਚੋਂ ਵੱਡੇ ਜਦੋਂ ਭਗਤ ਸਿੰਘ ਦੀ ਗੱਲ ਕਰੀਏ ਅਸੀਂ ਸਮਝਦੇ ਹਾਂ ਕਿ ਲੋਕ ਵੀ ਜਿਹੜੇ ਹੈਗੇ ਨੇ ਉਹਨਾਂ ਦਾ ਵਿਦਰੋਹ ਵੀ ਸ਼ਾਂਤ ਨਹੀਂ ਹੁੰਦਾ। ਇਹਨਾਂ ਕਰਕੇ ਉਹ ਡਰਦੇ ਨਹੀਂ ਹੈ, ਉਹ ਬਲਕਿ ਇਸ ਤੋਂ ਹੋਰ ਮਜ਼ਬੂਤੀ ਗਿਣਦੇ ਆ, ਉਹ ਹੋਰ ਸੋਲੀਡੈਰਿਟੀ ਬਿਲਡ ਕਰਦੇ ਆ, ਤਗੜੇ ਹੋ ਕੇ ਅੱਗੇ ਨੂੰ ਵਧਦੇ ਨੇ। ਇਸ ਟਾਈਮ ਜੋ ਹਾਲਾਤ ਕਸ਼ਮੀਰ ਦੇ ਵਿੱਚ ਚੱਲ ਰਹੇ ਹੈਗੇ ਆ ਉਹ ਵਾਕਈ ਤਰਾਸਦੀਕ ਆ। ਪੰਜਾਬ ਵਿੱਚ ਵੀ ਮੌਜੂਦਾ ਸਮੇਂ ਦੇ ਵਿੱਚ ਜੋ ਹੈਗਾ ਆ, ਅੱਜ ਜੋ ਅਗਰ ਕਾਲਾ ਦਿਨ ਮਨਾ ਰਹੇ ਹੈਗੇ ਆ, ਆਉਣ ਵਾਲੇ ਸਮੇਂ 'ਚ ਹੋ ਸਕਦਾ ਇੱਥੇ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣ। ਵੈਸੇ ਵੀ ਜੋ ਅੱਜ ਅਸੀਂ ਬੈਨਰ ਹੱਥਾਂ 'ਚ ਫੜੇ ਹੋਏ ਹੈਗੇ ਆ ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਲਿਖੀਆਂ ਆ, ਚਾਹੇ ਉਹ ਬੇਰੁਜ਼ਗਾਰੀ ਦੀ ਸਮੱਸਿਆ, ਚਾਹੇ ਉਹ ਧੋਖੇ ਤੇ ਫਰੇਬ ਦੀ ਗੱਲ ਆਉਂਦੀ ਹੈਗੀ ਆ, ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਲੈ ਲਈਏ, ਚਾਹੇ ਯੂਥ ਦੀ ਗੱਲ ਕਰ ਲਈਏ, ਵੀ ਕੋਈ ਵੀ ਜਿਹੜੀ ਮੰਗ ਹੈਗੀ ਆ ਖਾਸ ਤੌਰ ਤੇ ਜਿਹੜੇ ਪੰਜਾਬੀ ਮਾਹੌਲ ਦੀ ਇਲਾਕੇ ਆ, ਚਾਹੇ ਬਿਜਲੀ ਆ, ਚਾਹੇ ਪਾਣੀ ਆ, ਚਾਹੇ ਅਣਗਿਣਤ ਉਹ ਮੰਗਾਂ ਹੈਗੀਆਂ, ਔਰ ਪੰਜਾਬ ਵਿਹਲਾ ਹੁੰਦਾ ਜਾ ਰਿਹਾ ਹੈਗਾ। ਇਸ ਬਾਰੇ ਤੁਹਾਨੂੰ ਕੀ ਲੱਗਦਾ ਕਿ ਇੱਥੇ ਵੀ ਇਸ ਤਰ੍ਹਾਂ ਦਾ ਕੁਝ ਕਰਨ ਦੇ ਰੌਂ ਦੇ ਵਿੱਚ ਹੈ? ਜੀ ਗੱਲ ਕੀਤੀ ਜਾਵੇ ਪੰਜਾਬ ਦੀ,
ਜੇ ਪੰਜਾਬ ਦੀ ਆਜ਼ਾਦੀ ਤੋਂ, ਜੇ ਪੰਜਾਬ ਦੀ ਡਿਵੈਲਪਮੈਂਟ ਤੋਂ ਇੱਥੋਂ ਦਾ ਨੌਜਵਾਨ ਇੰਨਾ ਹੀ ਖੁਸ਼ ਹੁੰਦਾ ਤਾਂ ਉਹ ਕਿਉਂ ਬਾਹਰਲੇ ਮੁਲਕਾਂ ਨੂੰ ਨੌਕਰੀਆਂ ਲੈਣ ਨੂੰ ਭੱਜਦਾ, ਤਾਂ ਉਹ ਕਿਉਂ ਬਾਹਰਲੇ ਮੁਲਕਾਂ 'ਚ ਆਪਣੀ ਜ਼ਿੰਦਗੀਆਂ ਵਸਾਉਣ ਨੂੰ ਭੱਜਦਾ। ਉਹ ਆਪਣੇ ਘਰੇ ਰਹਿੰਦਾ, ਆਪਣੇ ਮਾਪਿਆਂ ਤੋਂ ਰਹਿੰਦਾ, ਇੱਥੇ ਕਮਾਉਂਦਾ, ਇੱਥੇ ਖਾਂਦਾ, ਇੱਥੇ ਵਸਾਉਂਦਾ। ਤਾਂ ਸਾਨੂੰ ਸਮਝ ਜਾਣ ਦੀ ਜ਼ਰੂਰਤ ਹੈ ਕਿ ਜਦੋਂ ਨੌਜਵਾਨ ਮਹਿਜ਼ ਕੁਝ ਲਿਟਰੇਚਰ ਹੋਣ ਦੇ ਵਜ੍ਹਾ ਤੋਂ ਜੇਲ੍ਹ ਕਰ ਦਿੱਤੇ ਜਾਂਦੇ ਨੇ, ਉਮਰ ਕੈਦ ਕਰ ਦਿੱਤੀ ਜਾਂਦੀ ਹੈ, ਤੇ ਜਦੋਂ ਅੱਜ ਵੀ ਇਹੋ ਜਿਹੇ ਜਿਹੜੇ ਪ੍ਰੋਟੈਸਟ ਹੈਗੇ ਨੇ ਇਹ ਜਦੋਂ ਕਿਸੇ ਜਗ੍ਹਾ ਤੇ ਹੋਣ ਲੱਗਦੇ ਨੇ ਤੇ ਉੱਥੋਂ ਦੇ ਪੋਲੀਟੀਕਲ ਲੀਡਰ ਉਹਨਾਂ ਨੂੰ ਗ੍ਰਿਫਤਾਰ ਕਰਾ ਦਿੰਦੇ ਨੇ, ਜਿਸ ਤਰੀਕੇ ਨਾਲ ਤਰਨਤਾਰਨ ਵਿੱਚ ਹੋਏ ਆਗੂਆਂ ਨੂੰ ਗ੍ਰਿਫਤਾਰੀ ਦਾ ਅਸੀਂ ਅੱਜ ਹੀ ਦੇਖ ਲਈਏ, ਤਾਂ ਅਸੀਂ ਕਿੱਦਾਂ ਮੰਨ ਲਈਏ ਕਿ ਅਸੀਂ ਆਜ਼ਾਦ ਹਾਂ ਜਦੋਂ ਸਾਡੇ 2.5 ਸੈਂਟ ਦੀ ਸਪੇਸ ਨੂੰ ਲਗਾਤਾਰ ਕੁਚਲ ਦਿੱਤਾ ਜਾ ਰਿਹਾ ਆ, ਜਦੋਂ ਸਾਡੇ ਇੱਕ ਨੌਜਵਾਨ ਦੇ ਸਾਹਮਣੇ ਨੌਕਰੀਆਂ ਨਹੀਂ ਹੈਗੀਆਂ, ਇੱਕ ਪਰਿਵਾਰ ਦੇ ਸਾਹਮਣੇ ਘਰ ਨਹੀਂ ਹੈਗਾ, ਉਸਨੇ ਕੀ ਰਾਤ ਨੂੰ ਖਾਣਾ ਹੈ ਉਹਦੇ ਸਾਹਮਣੇ ਇਹ ਤੈਅ ਨਹੀਂ ਹੈਗਾ, ਤਾਂ ਅਸੀਂ ਕਿੱਦਾਂ ਮੰਨ ਲਈਏ ਅਸੀਂ ਆਜ਼ਾਦ ਹਾਂ। ਤਾਂ ਇਹ ਆਜ਼ਾਦੀ ਬਹੁਤ ਹੀ ਜ਼ਿਆਦਾ, ਜਿਹਨੂੰ ਕਹਿ ਲਓ ਕਿ ਇਹ ਆਜ਼ਾਦੀ ਸਿਰਫ ਇੱਥੋਂ ਦੇ ਕਾਰਪੋਰੇਟ ਦੀ ਹੈ, ਸਿਰਫ ਇੱਥੋਂ ਦੇ ਦਲਾਲ ਦੀ ਹੈ, ਤੇ ਸਿਰਫ ਇੱਥੋਂ ਦੇ ਇੱਕ ਜਿਹੜੇ ਹਿੰਦੂ ਰਾਸ਼ਟਰ ਨੂੰ ਸਪੋਰਟ ਕਰਨ ਵਾਲੇ ਲੋਕ ਨੇ ਉਹਨਾਂ ਦੀ ਆਜ਼ਾਦੀ ਹੈ, ਤੇ ਉਹੀ ਇਹਨੂੰ ਮਨਾ ਰਹੇ ਨੇ ਅੱਜ। ਇਹ ਉਹ ਮਰੀਆਂ ਮੱਛੀਆਂ ਨੇ ਜਿਹੜੀਆਂ ਅੰਧ ਰਾਸ਼ਟਰਵਾਦ ਦੇ ਵਿੱਚ ਆ ਕੇ ਅੱਜ ਤਿਰੰਗੇ ਲੈ ਕੇ ਜਾਂ ਫਿਰ ਮਾਰਚ ਪਾਸ ਕਰਦੇ ਤੁਰੇ ਜਾ ਰਹੇ ਨੇ, ਪਰ ਅਸੀਂ ਉਹ ਜਿਉਂਦੀਆਂ ਮਛਲੀਆਂ ਆ ਜਿਹੜੇ ਇਸ ਬਹਾਵ ਦੇ ਉਲਟ ਤਾਂ ਜ਼ਰੂਰ ਆ, ਪਰ ਅਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਆ ਜਿਹੜੇ ਕਿ ਇਹ ਸਾਰੇ ਸਿਸਟਮ ਦੇ ਅੰਦਰ ਪੂਰੀ ਤਸ਼ੱਦਦ ਸੈਰ ਕਰ ਰਹੇ ਨੇ। ਕਨੂਪ੍ਰੀਤ, ਇੱਥੇ ਇਸ ਮੁਲਕ ਵਿੱਚ ਆਪਣੇ ਹੱਕ ਮੰਗਣ ਨੂੰ ਅੱਤਵਾਦ ਨਾ ਦਿੱਤਾ ਜਾਂਦਾ, ਇਸ ਬਾਰੇ ਕੀ ਕਹੋਗੇ? ਜੀ, UAPA ਦੀ ਜਿਹੜੀ ਰੀਸੈਂਟ ਅਮੈਂਡਮੈਂਟ ਵੀ ਕੀਤੀ ਗਈ ਹੈ, ਜਿਸ ਵਿੱਚ ਇੱਕ ਇੰਡੀਵਿਜੂਅਲ ਨੂੰ ਵੀ ਹੁਣ ਟੈਰਰਿਸਟ ਟਾਰਗੇਟ ਕਰ ਦਿੱਤਾ ਜਾਏਗਾ। ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਸਾਡੇ ਹੱਥਾਂ ਦੇ ਫੜੇ ਪੋਸਟਰ ਜਿਹੜੇ ਨੇ ਇਹ ਇੱਕ ਇਹਨਾਂ ਲਈ ਇਨਫ ਸਬੂਤ ਨੇ ਕਿ ਸਾਨੂੰ ਵੀ ਇਹ ਟੈਰਰਿਸਟ ਕਹਿ ਕੇ ਅੰਦਰ ਕਰ ਸਕਣ, ਇੱਕ ਇੰਡੀਵਿਜੂਅਲ ਨੂੰ ਕਰ ਸਕਣ। ਤਾਂ ਇਹੋ ਜਿਹੇ ਕਾਲੇ ਕਾਨੂੰਨ ਵੀ ਇਸੇ ਵਜ੍ਹਾ ਤੋਂ ਲਿਆਏ ਜਾ ਰਹੇ ਨੇ ਤਾਂ ਜੋ ਕੋਈ ਆਵਾਜ਼ ਨਾ ਉਠਾਏ, ਤਾਂ ਜੋ ਇਹਨਾਂ ਨੂੰ ਕੋਈ ਸਵਾਲ ਨਾ ਕਰੇ। ਤਾਂ ਜਦੋਂ ਦੇਖਿਆ ਜਾਵੇ ਤਾਂ ਜਦੋਂ ਜਲਿਆਂਵਾਲਾ ਬਾਗ ਤੇ ਵੀ ਹਮਲਾ ਕੀਤਾ ਸੀਗਾ ਉਦੋਂ ਵੀ ਤਾਂ ਇੱਕ ਲਾਅ ਵਰਤ ਕੇ ਕੀਤਾ ਸੀਗਾ, ਅੱਜ ਦੀ ਸਾਡੀ ਹਕੂਮਤ ਵੀ ਲਾਅ ਵਰਤ ਕੇ ਇਹੋ ਜਿਹੇ ਹਮਲੇ ਕਰ ਰਹੀ ਆ। ਕਿਤੇ ਸਾਨੂੰ ਇਹ ਸਮਝ ਜਾਣ ਦੀ ਜ਼ਰੂਰਤ ਹੈ ਕਿ ਇਹ ਲਾਅ ਜਿਹੜਾ ਹੈਗਾ ਆ ਇਹ ਕਿਸ ਤਰੀਕੇ ਨਾਲ ਸਿਰਫ ਉਸ ਹਕੂਮਤ ਦੇ ਫਾਇਦੇ ਵਾਸਤੇ ਹੀ ਆ, ਇਹ ਲੋਕਾਂ ਦੇ ਫਾਇਦੇ ਵਾਸਤੇ ਨਹੀਂ ਆ। ਭਾਵੇਂ ਉਹ ਸਾਡੇ ਅੱਜ ਇਹ ਕੁਝ ਪੋਸਟਰ ਫੜੀਆਂ ਤੇ ਇਹੋ ਜਿਹੇ ਸਾਡੇ ਤੇ UAPA ਵਰਗੇ ਅਟੈਕ ਲਗਾ ਦੇਣ, ਭਾਵੇਂ ਸਾਡੇ ਕੋਈ ਵੀ ਚੀਜ਼ ਕਹਿਣ ਤੇ ਬੋਲਣ ਤੇ ਜਿਹੜੀ ਸਾਡੀ ਆਜ਼ਾਦੀ ਆ ਉਸ ਤੇ ਵੀ ਕੋਈ ਵੀ ਅਟੈਕ ਲਗਾ ਦੇਣ। ਸ਼ੁਕਰੀਆ ਸਿੱਖ ਚੈਨਲ ਨਾਲ ਗੱਲਬਾਤ ਕਰਨ ਲਈ। ਤੇ ਇਹ ਤੁਸੀਂ ਦੇਖ ਰਹੇ ਹੋ ਵਾਕਿਆ ਕਿ ਇਸ ਤਰ੍ਹਾਂ ਦੇ ਯੂਥ ਜਥੇਬੰਦੀਆਂ ਵਿੱਚੋਂ ਕਨੂਪ੍ਰੀਤ ਵਰਗੀਆਂ ਜਿਹੜੀਆਂ ਲੜਕੀਆਂ ਹੈਗੀਆਂ ਪ੍ਰੈਜ਼ੀਡੈਂਟ ਸੀਗੀਆਂ ਪੰਜਾਬ ਯੂਨੀਵਰਸਿਟੀ ਦੀ, ਉਹ ਵੀ ਇਹਦੇ ਵਿੱਚ ਸ਼ਾਮਲ ਹੋਈਆਂ। ਔਰ ਇਹ ਹੱਕ ਜਿਹੜਾ ਹੈਗਾ ਇਹ ਬਣਦਾ ਸਾਡਾ ਸਾਰਿਆਂ ਦਾ ਹੀ ਕਿ ਅੱਜ ਦਾ ਜਿਹੜਾ ਇਹ ਦਿਵਸ ਹੈਗਾ ਇਹਨੂੰ ਕਾਲੇ ਦਿਵਸ ਵਜੋਂ ਅਸੀਂ ਮਨਾ ਰਹੇ ਹੈਗੇ ਆ। ਜਦੋਂ ਤੱਕ ਜਿਸ ਵੀ ਕੌਮ ਨੂੰ ਉਹਦੇ ਅਧਿਕਾਰ ਨਹੀਂ ਮਿਲਦੇਗੇ ਉਸ ਕੌਮ ਦਾ ਹਰ ਬੱਚਾ ਜਿਹੜਾ ਹੈਗਾ ਇਸ ਦਾ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ। ਮੈਂ ਇਸ ਗੱਲ ਨੂੰ ਮੰਨਦਾ ਹਾਂ। ਅੱਜ ਸਿੱਖ ਜਥੇਬੰਦੀਆਂ ਦੇ ਇਹਨਾਂ ਨੁਮਾਇੰਦਿਆਂ ਦੇ ਵਿੱਚ ਹੀ ਪਰਮਜੀਤ ਸਿੰਘ ਅਕਾਲੀ ਸਾਡੇ ਨਾਲ ਨੇ, ਉਹਨਾਂ ਨਾਲ ਜੋ ਗੱਲਬਾਤ ਕਰਦੇ ਆ। ਅੱਜ ਇਹ ਜਿਹੜਾ ਰੋਸ ਵਜੋਂ ਕਾਲਾ ਦਿਨ ਮਨਾਇਆ ਜਾ ਰਿਹਾ ਹੈਗਾ 73ਵੀਂ ਵਰ੍ਹੇਗੰਢ ਤੇ, ਆਪ ਜੀ ਕੀ ਕਹਿਣਾ ਚਾਹੋਗੇ? ਕੀ ਕਾਰਨ ਬਣ ਰਹੇ ਅੱਜ ਐਡਾ ਵੱਡਾ ਮੁਜ਼ਾਹਰਾ ਕਰਕੇ ਅਸੀਂ ਰੋਸ ਜਿਹੜਾ ਪ੍ਰਗਟ ਕਰ ਰਹੇ ਹਾਂ ਕਾਲੀਆਂ ਝੰਡੀਆਂ ਨਾਲ? ਬਿਲਕੁਲ ਜੀ, ਇਹ ਮੁਜ਼ਾਹਰਾ ਵੈਸੇ ਤਾਂ ਹਰ ਸਾਲ ਹੀ ਹੁੰਦਾ, ਤੇ ਕਹਿਣਾ ਕੀ ਚਾਹੁੰਦੇ ਆ ਵੀ ਜਿਹੜੀਆਂ ਸਰਕਾਰਾਂ ਦੇ ਕੰਨਾਂ ਤੱਕ ਇੱਕ ਆਵਾਜ਼ ਪਹੁੰਚਾਉਣ ਦਾ ਇਹ ਤਰੀਕਾ ਜਿਹੜਾ ਕਿ ਬੜਾ ਸ਼ਾਂਤਮਈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤਾ ਜਾ ਰਿਹਾ, ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਇੱਥੇ ਹਰਾਸ਼ ਨਹੀਂ ਕੀਤਾ ਜਾ ਰਿਹਾ, ਕੋਈ ਟ੍ਰੈਫਿਕ ਨਹੀਂ ਬੰਦ ਕੀਤੀ ਜਾ ਰਹੀ। ਪਰ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ, ਦਿੱਲੀ ਨੂੰ ਸੋਚਣਾ ਚਾਹੀਦਾ ਵੀ ਜਿਨ੍ਹਾਂ ਨੇ ਇਹਨੇ ਸਿਰ ਦਿੱਤੇ ਅੱਜ ਉਹਨਾਂ ਨਾਲ ਦੋਹਰੇ ਕਾਨੂੰਨ ਜਿਹੜੇ ਨੇ ਉਹ ਜਦੋਂ ਕੀਤੇ ਜਾਂਦੇ ਨੇ, ਜਿਹੜੇ ਸਾਡੇ ਸਿੱਖ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਜੇਲ੍ਹਾਂ 'ਚ ਡੱਕੇ ਹੋਏ ਨੇ, ਜਿਹੜਾ ਕਿਤਾਬਾਂ ਰੱਖਣ ਦੇ ਜੁਰਮ ਉਮਰ ਕੈਦਾਂ ਹੋ ਜਾਂਦੀਆਂ ਨੇ। ਸੋ ਇਹ ਜਦੋਂ ਤੁਹਾਡੇ ਨਾਲ ਦੋਹਰੇ ਮਾਪਦੰਡ ਹੁੰਦੇ ਨੇ ਫਿਰ ਤੁਹਾਨੂੰ ਮਹਿਸੂਸ ਹੁੰਦਾ ਵੀ ਤੁਸੀਂ ਆਜ਼ਾਦ ਦੇਸ਼ ਦੇ ਵਿੱਚ ਗੁਲਾਮ ਹੋ। ਜਦੋਂ ਤੁਹਾਨੂੰ ਗੁਲਾਮੀ ਮਹਿਸੂਸ ਹੁੰਦੀ ਹੈ ਤਾਂ ਫਿਰ ਇਸ ਤਰ੍ਹਾਂ ਦੇ ਪ੍ਰੋਟੈਸਟ ਹੁੰਦੇ ਨੇ। ਹੋਰ ਵੀ ਬੜੇ ਤਰੀਕੇ ਨੇ ਜਿਨ੍ਹਾਂ ਨਾਲ ਤੁਸੀਂ ਆਪਣੀ ਆਵਾਜ਼ ਜਿਹੜੀ ਪਹੁੰਚਾਉਂਦੇ ਹੋ। ਕੋਈ ਵਧੀਆ ਬੋਲਦਾ ਬੁਲਾਰਾ ਬਣ ਕੇ, ਕੋਈ ਲਿਖ ਕੇ ਵਧੀਆ ਕਰਦਾ, ਪਰ ਜਦੋਂ ਤੁਹਾਨੂੰ ਘੁਟਨ ਮਹਿਸੂਸ ਹੁੰਦੀ ਆ ਉਸ ਦੇਸ਼ ਦੇ ਵਿੱਚ ਜਿਹਦੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਇੰਨੇ ਸਿਰ ਦਿੱਤੇ, ਫਿਰ ਤੁਹਾਡੀ ਉਹ ਜਿਹੜੀ ਘੁਟਨ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਆਉਂਦੀ ਹੈ ਤੇ ਉਹ ਤਰੀਕੇ ਜਿਹੜੇ ਤੁਹਾਡੇ ਸਾਹਮਣੇ ਨੇ। ਇਹ ਵੀ ਵੱਡਾ ਕਾਰਨ ਮੰਨਦੇ ਹੋ ਕਿ ਇਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਖਾਸ ਤੌਰ ਤੇ ਸਿੱਖਾਂ ਔਰ ਮੁਸਲਮਾਨਾਂ ਦੀ ਅਗਰ ਅਸੀਂ ਗੱਲ ਵੀ ਕਰ ਲਈਏ ਤੇ ਉਹਨਾਂ ਲਈ ਕਾਨੂੰਨ ਹੋਰ ਆ ਤੇ ਦੂਸਰੀ ਜਿਹੜੀ ਬਹੁ ਗਿਣਤੀ ਉਹਨਾਂ ਲਈ ਕਾਨੂੰਨ ਹੋਰ ਹੈ, ਇਹ ਵੀ ਕਿਤੇ ਕਾਰਨ ਹੈ? ਕੋਈ ਦੋਰਾਵਾਂ ਨਹੀਂ, ਬਿਲਕੁਲ ਕੋਈ ਦੋਰਾਵਾਂ ਨਹੀਂ। ਉਹਨਾਂ ਦੇ ਉਹ ਬੰਦੇ ਜਿਨ੍ਹਾਂ ਨੇ ਏਡੇ ਏਡੇ ਵੱਡੇ ਕੰਮ ਕੀਤੇ ਤੇ ਉਹਨਾਂ ਨੂੰ ਸਜ਼ਾਵਾਂ ਵੀ ਹੁੰਦੀਆਂ ਨੇ ਪਰ ਉਹ ਜੇਲ੍ਹਾਂ 'ਚੋਂ ਬਾਹਰ ਆ ਜਾਂਦੇ ਨੇ। ਸਾਡੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਵੀ ਜੇਲ੍ਹਾਂ ਵਿੱਚੋਂ ਬਾਹਰ ਨਹੀਂ ਲੈਂਦਾ ਜਾਂਦਾ। ਸੋ ਜੇ ਤੁਹਾਨੂੰ ਇਹ ਮਹਿਸੂਸ ਕਰਿਆ ਜਾਂਦਾ, ਬਿਲਕੁਲ ਇਹ ਮਹਿਸੂਸ ਹੁੰਦਾ, ਦਿਖ ਰਿਹਾ ਆਪਾਂ ਨੂੰ। ਜੇ ਅਸੀਂ ਦੇਖ ਕੇ ਅੱਖਾਂ ਬੰਦ ਕਰਕੇ ਬੈਠੇ ਹੋਈਏ ਤੇ ਸਾਡੀਆਂ ਜ਼ਮੀਰਾਂ ਮਰੀਆਂ ਨੇ, ਪਰ ਸਾਨੂੰ ਪਤਾ, ਹਰ ਇੱਕ ਸਿੱਖ ਨੂੰ ਪਤਾ ਵੀ ਸਾਡੇ ਨਾਲ ਜਿਹੜਾ ਵਿਤਕਰਾ ਹੁੰਦਾ ਥਾਂ ਥਾਂ ਤੇ ਹੁੰਦਾ, ਪਰ ਅਸੀਂ ਜਦੋਂ ਚੁੱਪ ਕਰਕੇ ਬਹਿ ਜਾਂਦੇ ਹਾਂ ਸਾਨੂੰ ਕੁੱਟ ਪੈਂਦੀ ਆ, ਫਿਰ ਅਸੀਂ ਬੋਲਦੇ ਨਹੀਂ ਤੇ ਹਾਲਾਤ ਜਿਹੜੇ ਤੁਹਾਡੇ ਸਾਹਮਣੇ ਨੇ ਤੁਹਾਨੂੰ ਹੋਰ ਦਵਾਇਆ ਜਾਂਦਾ। ਇਹ ਗੱਲ ਮੈਂ ਤੁਹਾਡੇ ਕੋਲ ਹੀ ਪੁੱਛਣੀ ਚਾਹੂੰਗਾ ਕਿ ਇਸ ਮੁਲਕ ਦੇ ਵਿੱਚ
ਜਦੋਂ ਵੀ ਘੱਟ ਗਿਣਤੀ, ਖਾਸ ਤੌਰ ਤੇ ਅਸੀਂ ਸਿੱਖ ਤਾਂ ਪਿਛਲੇ 72 ਸਾਲਾਂ ਤੋਂ ਰੌਲਾ ਪਾਉਂਦੇ ਆ ਰਹੇ ਹਾਂ। ਜਦੋਂ ਅਸੀਂ ਆਪਣੀਆਂ ਮੰਗਾਂ, ਚਾਹੇ ਉਹ ਪੰਜਾਬ ਦੀ ਰਾਜਧਾਨੀ ਦੀ ਗੱਲ ਆਉਂਦੀ ਆ, ਚਾਹੇ ਉਹ ਸਾਡੇ ਪੰਜਾਬੀ ਮਾਂ ਬੋਲੀ ਦੀ ਗੱਲ ਆਉਂਦੀ ਆ, ਚਾਹੇ ਬਿਜਲੀ ਦੀ ਗੱਲ ਆਉਂਦੀ ਆ, ਚਾਹੇ ਸਾਡਾ ਲੁਟਾਇਆ ਜਾ ਰਿਹਾ ਪਾਣੀ ਉਹਦੀ ਗੱਲ ਆਉਂਦੀ ਹੈਗੀ ਆ, ਜਾਂ ਸਾਡੀ ਜਿਹੜੀ ਹੈਗੀ ਆ ਫੌਜ ਦੇ ਵਿੱਚ ਸਾਡੀ ਨੌਕਰੀਆਂ ਦੀ ਗੱਲ ਸੀ, ਜਾਂ ਸਾਡੇ ਰੁਜ਼ਗਾਰ ਦੇ ਮਸਲੇ ਸੀ, ਜਾਂ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੇ ਪੰਜਾਬ ਨੂੰ ਬਚਾਉਣ ਦੀ ਖਾਤਰ ਸੀ, ਜਦੋਂ ਅਸੀਂ ਆਪਣੀ ਮੰਗਾਂ ਦੀ ਗੱਲ ਕਰਦੇ ਹਾਂ ਸਾਨੂੰ ਅੱਤਵਾਦੀ ਕਿਉਂ ਐਲਾਨ ਦਿੱਤਾ ਜਾਂਦਾ? ਬਿਲਕੁਲ ਇਹੋ ਤਾਂ ਗੱਲ ਹੈ ਨਾ ਜੀ, ਵੀ ਤੁਹਾਨੂੰ ਜਦੋਂ ਇੰਨਾ ਕੁਝ ਹੋਣ ਦੇ ਬਾਵਜੂਦ ਤੁਹਾਨੂੰ ਇੱਕ ਵੱਖਵਾਦੀ ਕਿਹਾ ਜਾਂਦਾ, ਅੱਤਵਾਦੀ ਕਿਹਾ ਜਾਂਦਾ, ਫਿਰ ਵਿਗਿਆਨੀ ਦਾ ਅਹਿਸਾਸ ਹੁੰਦਾ। ਜੋ ਤੁਹਾਨੂੰ ਵਿਗਿਆਨੀ ਦਾ ਅਹਿਸਾਸ ਕਰਿਆ ਜਾਂਦਾ ਤੇ ਫਿਰ ਕੋਈ ਨਾ ਕਿਸੇ ਤਰੀਕੇ ਨਾਲ ਉਹ ਆਵਾਜ਼ ਉਹ ਬਿਲਡ ਹੁੰਦੀ ਆ, ਫਿਰ ਉਹ ਆਵਾਜ਼ ਚੱਕੀ ਜਾਂਦੀ ਆ ਤੇ ਉਹਦੇ ਰਿਜ਼ਲਟ ਤੁਹਾਡੇ ਸਾਹਮਣੇ ਕਿਸੇ ਨਾ ਕਿਸੇ ਤਰੀਕੇ ਨਾਲ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ। ਉਹ ਲੜਿਆ ਕੌਮ ਨੇ, ਬੜੀ ਚੜ੍ਹਦੀ ਕਲਾ ਦੇ ਨਾਲ ਲੜਿਆ, ਪਰ ਉਹ ਵੀ ਫਿਰ ਸਰਕਾਰਾਂ ਨੇ ਬੜੇ ਢੰਗ ਤਰੀਕੇ ਨਾਲ ਦਬਾ ਲਿਆ। ਅੱਜ ਨਸਲਕੁਸ਼ੀ ਜਿਹੜੀ ਕੀਤੀ ਜਾ ਰਹੀ ਸਰੀਰਕ ਸੀ ਪਹਿਲਾਂ, ਅੱਜ ਮਾਨਸਿਕ ਆ। ਹੁਣ ਮਾਨਸਿਕ ਨਸਲਕੁਸ਼ੀ ਜਿਹੜੀ ਆ ਉਹ ਸਿਧਾਂਤਕ ਘੇਰਾਬੰਦੀ ਕੌਮ ਦੀ ਕਰਕੇ ਬੜਿਆਂ ਤਰੀਕਿਆਂ ਨਾਲ, ਉਹ ਲੱਚਰਤਾ ਲੈ ਲਓ, ਉਹ ਤੁਹਾਡੇ ਧਰਮ ਦੇ ਉੱਤੇ ਅਟੈਕ ਲੈ ਲਓ, ਡੇਰਾਵਾਦ ਦਾ ਪ੍ਰਭਾਵ ਲਾ ਲਓ, ਬਾਹਰੀ ਧਰਮਾਂ ਦਾ ਪ੍ਰਭਾਵ ਲਾ ਲਓ, ਇਹ ਸਾਰਾ ਕੁਝ ਜਾਲ ਵਿਛਾਇਆ ਜਾ ਰਿਹਾ ਇਹ ਕਹਿਣ ਵਾਸਤੇ, ਇਹ ਕਰਨ ਵਾਸਤੇ ਵੀ ਤੁਸੀਂ ਕੇਸਾਧਾਰੀ ਹਿੰਦੂ ਹੋ, ਤੁਹਾਨੂੰ ਹਿੰਦੂ ਕਰ ਦਿੰਦੇ ਜਾਣਾ। ਇਹ ਵੇਖਣ ਨੂੰ ਘਟਨਾਵਾਂ ਆਮ ਲੱਗਦੀਆਂ ਨੇ ਵੀ ਕਸ਼ਮੀਰ 'ਚ ਧੱਕਾ ਹੋ ਰਿਹਾ, ਉੱਥੇ ਹੋ ਰਿਹਾ, ਇੱਕ ਜਾਲ ਬਣਿਆ ਜਾ ਰਿਹਾ ਹਿੰਦੂ ਰਾਸ਼ਟਰ ਨੂੰ ਕਾਇਮ ਕਰਨ ਦਾ। ਇਹ ਹੋਣਾ ਕਿਉਂਕਿ ਉਹਨਾਂ ਨੇ ਤਿਆਰੀ ਬੜੇ ਲੰਮੇ ਸਮੇਂ ਤੋਂ ਕੀਤੀ ਹੋਈ ਆ। ਸਾਡੇ 'ਚ ਘਾਟਾਂ ਕੀ ਨੇ, ਅਸੀਂ ਦੁਸ਼ਮਣ ਦਾ ਸਾਨੂੰ ਪਤਾ, ਪਰ ਅਸੀਂ ਦੁਸ਼ਮਣ ਕੋਲੋਂ ਡਿਫੈਂਡ ਕਿਵੇਂ ਕਰਨਾ ਆਪਣਿਆਂ ਨੂੰ, ਅਸੀਂ ਇਹ ਨਹੀਂ ਸੋਚਦੇ। ਲੜਨਾ ਸਾਨੂੰ ਆਉਂਦਾ, ਲੜਨ 'ਚ ਅਸੀਂ ਮਾਰ ਨਹੀਂ ਖਾਂਦੇ। ਜਿੱਥੇ ਲੜਾਈ ਦੀ ਗੱਲ ਆਊਗੀ, ਜੰਗ ਦੀ ਗੱਲ ਆਊਗੀ, ਖਾਲਸਾ ਹਮੇਸ਼ਾ ਸਿਰ ਦਿੰਦਾ ਲੈਂਦਾ, ਪਰ ਜਦੋਂ ਤੁਹਾਨੂੰ ਸਿਆਸਤ ਦੀ ਗੱਲ ਆਉਂਦੀ ਆ ਕਿਤੇ ਨਾ ਅਸੀਂ ਕਮਜ਼ੋਰ ਪੈ ਜਾਂਦੇ ਹਾਂ, ਭਰੋਸਾ ਕਰ ਲੈਂਦੇ ਹਾਂ, ਭਰੋਸਾ ਕਰਕੇ ਫਿਰ ਸਾਡੇ ਹਾਲਾਤ ਜਿਹੜੇ ਬਣਦੇ ਨੇ ਉਹ ਤੁਹਾਡੇ ਸਾਹਮਣੇ ਨੇ। ਦੇਸ਼ ਆਜ਼ਾਦੀ ਸਮੇਂ ਨਹਿਰੂ, ਗਾਂਧੀ, ਪਟੇਲ ਦੀ ਤਿਕੜੀ ਸੀਗੀ ਤੇ ਸਰਦਾਰ ਕਪੂਰ ਸਿੰਘ ਗੱਲ ਕਹਿੰਦੇ ਸੀ ਕਿ ਮੁਲਕ ਹਿੰਦੂ ਕਾ, ਰਾਜ ਤਿਕੜੇ ਕਾ, ਵਾਹਿਗੁਰੂ ਰਾਖਾ ਹੈ ਭਾਈ ਸਿੱਖੜੇ ਕਾ। ਅੱਜ ਉਹੀ ਹਾਲਾਤ ਜਿਹੜੇ ਆ, ਹੁਣ ਵੀ ਤਿਕੜਾ ਮੋਦੀ, ਅਮਿਤ ਸ਼ਾਹ ਤੇ ਰਾਜਨਾਥ ਰਲੇ ਹੋਏ ਆ। ਇਹ ਚੌਂਕੜੀ ਜਿਹੜੀ ਆ ਰਲ ਕੇ ਦੇਸ਼ ਦੇ ਵਿੱਚ ਫਿਰ ਇਸ ਤਰ੍ਹਾਂ ਦੇ ਕਾਨੂੰਨ ਲਿਆ ਰਹੀ ਆ, ਘੱਟ ਗਿਣਤੀ ਨੂੰ ਖਾਸ ਤੌਰ ਤੇ ਦਬਾਉਣ ਦੀ ਕੋਸ਼ਿਸ਼ ਵਿੱਚ ਆ, ਭਗਵਾ ਲਾਗੂ ਕਰਨ ਦੇ ਵਿੱਚ ਹੈਗਾ। ਕਾਂਗਰਸ ਹਕੂਮਤਾਂ ਸਮੇਂ ਵੀ ਅਸੀਂ ਵਿਰੋਧ ਕਰਦੇ ਆਏ, ਅੱਜ ਵੀ ਵਿਰੋਧ ਕਰ ਰਹੇ ਆ, ਕਿ ਹੁਣ ਜ਼ਿਆਦਾ ਲੱਗ ਰਿਹਾ ਤੁਹਾਨੂੰ? ਬਿਲਕੁਲ, ਵੇਖੋ ਜਿਉਂ ਸਮਾਂ ਅੱਗੇ ਗਰੋਥ ਕਰਦਾ ਜਾਣਾ ਨਾ, ਇਹ ਹਾਲਾਤ ਵੱਧਦੇ ਜਾਣੇ ਨੇ। ਇਹ ਹਾਲਾਤ ਇਸ ਕਰਕੇ ਵਧਣੇ ਨੇ ਵੀ ਜਿਹੜਾ ਉਹਨਾਂ ਦੀ ਮੰਜ਼ਿਲ ਆ, ਜੋ ਉਹਨਾਂ ਨੇ ਮਿਥਿਆ ਹੋਇਆ, ਉਹਨੂੰ ਪ੍ਰਾਪਤ ਕਰਨ ਦੇ ਵਾਸਤੇ, ਜਿਵੇਂ ਕਸ਼ਮੀਰ ਵਾਲਾ ਹੁਣ ਤੁਸੀਂ ਤਾਜ਼ੀ ਘਟਨਾ ਲੈ ਲਓ, ਉਹ ਜਾਲ ਜਿਹੜਾ ਬੁਣ ਰਹੇ ਨੇ ਨਾ, ਇਹ ਵਧਣਾ ਘਟਣਾ ਨਹੀਂ, ਇਹ ਜ਼ੁਲਮ ਵਧਣੇ ਨੇ ਘਟਣੇ ਨਹੀਂ। ਪਰ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਤੇ ਵਧਣ ਨਾ, ਸਾਡੇ ਨਾਲ 84 ਵਾਲੀ ਘਟਨਾਵਾਂ ਨਾ ਹੋਣ, ਸਾਡੇ ਨਾਲ 47 ਵਾਲਾ ਫੇਰ ਨਾ ਦੁਬਾਰਾ ਹੋਵੇ, ਸਾਨੂੰ ਜਾਗਣਾ ਪੈਣਾ, ਸਾਨੂੰ ਉੱਠਣਾ ਪੈਣਾ, ਉੱਠ ਕੇ ਸਾਨੂੰ ਆਵਾਜ਼ ਬੁਲੰਦ ਕਰਨੀ ਪੈਣੀ ਆ, ਤਾਂ ਕਿ ਸਾਡੇ ਨਾਲ ਇਹ ਜ਼ੁਲਮ ਜਿਹੜਾ ਹੋ ਰਿਹਾ ਇਹ ਵਧੇ ਨਾ, ਘਟੇ। ਤੇ ਇਹਨੂੰ ਘਟਾਉਣ ਦੇ ਵਾਸਤੇ ਸਾਨੂੰ ਇੱਕ ਹੋ ਕੇ ਜਿੰਨੀਆਂ ਵੀ ਜਥੇਬੰਦੀਆਂ, ਸੰਪਰਦਾਵਾਂ, ਜਿਹੜਾ ਵੀ ਕੌਮ ਲਈ ਤਤਪਰ ਆ, ਕੌਮੀ ਘਰ ਦੀ ਪ੍ਰਾਪਤੀ ਲਈ ਤਤਪਰ ਹੈ, ਇੱਕ ਮੁੱਠ ਹੋ ਕੇ ਇਹਦਾ ਡਟ ਕੇ ਸਾਨੂੰ ਟੱਕਰਾ ਕਰਨਾ ਪੈਣਾ। ਸੋ ਜਿਵੇਂ ਅੱਜ ਤੁਸੀਂ ਦੇਖਿਆ ਕਿ 15 ਅਗਸਤ ਆਜ਼ਾਦੀ ਦਾ ਦਿਹਾੜਾ ਜਿਹੜਾ ਉਸ ਨੂੰ ਕਾਲੇ ਦਿਨ ਦੇ ਤੌਰ ਦੇ ਉੱਤੇ ਮਨਾਇਆ ਗਿਆ। ਸੋ ਮੇਰੇ ਨਾਲ ਦਲ ਖਾਲਸਾ ਦੇ ਸਪੋਕਸਪਰਸਨ ਭਾਈ ਕੰਵਰਪਾਲ ਸਿੰਘ ਬਿੱਟੂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ, ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਇੱਥੇ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੁਝ ਕਾਨੂੰਨ ਬਦਲੇ ਗਏ ਆ ਸਰਕਾਰ ਦੇ ਵੱਲੋਂ ਦਹਿਸ਼ਤਗਰਦ ਐਲਾਨਣ ਦੇ ਕਿਸੇ ਇੱਕ ਵਿਅਕਤੀ ਨੂੰ, ਸੋ ਇਹਨਾਂ ਦੇ ਬਾਰੇ ਦੇ ਵਿੱਚ ਸਮੁੱਚੇ ਤੌਰ ਤੇ ਕੀ ਕਹਿਣਾ ਚਾਹੋਗੇ? ਅੱਜ ਅਸੀਂ ਬਲੈਕ ਡੇ ਮਨਾ ਰਹੇ ਹਾਂ, ਕਾਲਾ ਦਿਨ। ਪੰਜਾਬ ਦੇ ਲੋਕ 15 ਜ਼ਿਲ੍ਹਿਆਂ ਦੇ ਵਿੱਚ ਸਾਡੇ ਵਰਕਰਸ, ਐਕਟਿਵਿਸਟ, ਸਪੋਰਟਰਸ ਬਲੈਕ ਫਲੈਗਸ ਲੈ ਕੇ, ਪਲੇ ਕਾਰਡਸ ਲੈ ਕੇ ਆਪਣਾ ਮੈਸੇਜ ਦੇ ਰਹੇ ਨੇ। ਇੰਡੀਆ ਨੂੰ ਇਹ ਗੱਲ ਕਹਿ ਰਹੇ ਨੇ, ਦਿੱਲੀ ਨੂੰ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਤੇਰੀ ਅਧੀਨਗੀ ਪ੍ਰਵਾਨ ਨਹੀਂ, ਵੀ ਕੈਨ ਨਾਟ ਐਕਸੈਪਟ ਯੋਰ ਡੋਮੀਨੇਸ਼ਨ, ਸਾਨੂੰ ਗੁਲਾਮੀ ਪ੍ਰਵਾਨ ਨਹੀਂ, ਅਸੀਂ ਆਪਣੀ ਪੰਜਾਬ ਦੀ ਆਪਣੀ ਆਜ਼ਾਦੀ ਲਈ ਲੜ ਰਹੇ ਹਾਂ। ਤੁਹਾਨੂੰ ਆਜ਼ਾਦੀ 72 ਸਾਲ ਪਹਿਲਾਂ ਮਿਲੀ ਸੀ, ਪਰ ਅਸੀਂ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ 'ਚ ਫਸੇ ਹਾਂ। ਸਾਡੇ ਉੱਤੇ ਜਿਹੜੇ ਕਾਲੇ ਕਾਨੂੰਨ ਥੋਪੇ ਗਏ ਨੇ, ਸਾਡੇ ਜਿਹੜੇ ਹੱਕ ਮਾਰੇ ਗਏ ਨੇ, ਸਾਡੀ ਜਿਹੜੀ ਆਜ਼ਾਦੀ ਖੋਈ ਗਈ ਹੈ, ਸਵੈ ਨਿਰਣੇ ਦਾ ਹੱਕ ਖੋਇਆ ਗਿਆ, ਅਸੀਂ ਉਸ ਦੇ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਔਰ ਉਸ ਦੇ ਖਿਲਾਫ ਜਿਹੜਾ ਭਾਰਤੀ ਹਕੂਮਤ ਨੇ ਜਿਹੜਾ ਲਾਜ਼ ਬਣਾ ਕੇ ਸੈਂਟਰਲ ਏਜੰਸੀਜ਼ ਰਾਹੀਂ, NIA ਰਾਹੀਂ ਸਾਡੇ ਦਾ ਜਿਹੜਾ ਸਾਡੀ ਸੰਘੀ ਕੁੱਟਣ ਦਾ ਇੰਤਜ਼ਾਮ ਕੀਤਾ, ਉਸ ਦੇ ਖਿਲਾਫ ਅਸੀਂ ਆਪਣੀ ਆਵਾਜ਼ ਅੱਜ ਉਠਾ ਰਹੇ ਹਾਂ। ਔਰ ਸਾਡੀ ਆਵਾਜ਼ ਪੂਰੇ ਪੰਜਾਬ ਦੀ ਆਵਾਜ਼ ਹੈ, ਔਰ ਅਸੀਂ ਸਮਝਦੇ ਹਾਂ ਕਿ ਅੰਡਰ UAPA ਹੁਣ ਹਰ ਡਾਇਸੈਂਟਿੰਗ ਵੌਇਸ, ਹਰ ਰੈਬਲ, ਹਰ ਰਾਈਟ ਪਰਸਨ, ਹਰ ਜਿਹੜਾ ਆਪਣੀ ਇੱਕ ਰੀਜ਼ਨੇਬਲ ਹੱਕ ਦੀ ਗੱਲ ਕਰੇਗਾ ਅੰਡਰ UAPA ਉਹ ਟੈਰਰਿਸਟ ਹੈ। ਇੰਡੀਆ ਨੇ ਉਹ ਬੰਦੋਬਸਤ ਕਰ ਦਿੱਤਾ ਹੈ ਕਿ ਸਾਨੂੰ ਸਾਰਿਆਂ ਨੂੰ ਟੈਰਰਿਸਟ ਕਰਾਰ ਦੇਣ ਦਾ। ਇਸੇ ਲਈ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਸਾਡੇ ਬਹੁਤ ਸਾਰੇ ਨੌਜਵਾਨਾਂ ਨੇ ਪਲੇ ਕਾਰਡਸ ਫੜੇ ਸੀ, ਵੀ ਆਲ ਆਰ ਟੈਰਰਿਸਟ ਅੰਡਰ UAPA ਇਨ ਦੀ ਆਈਜ਼ ਆਫ ਇੰਡੀਆ। ਸੋ ਹਿੰਦੁਸਤਾਨ ਦੀ ਨਜ਼ਰ ਦੇ ਵਿੱਚ ਅਸੀਂ ਬਹੁਤ ਦੇਰ ਤੋਂ ਟੈਰਰਿਸਟ ਹਾਂ, ਪਰ ਹੁਣ ਉਹਨਾਂ ਨੇ UAPA ਲਿਆ ਕੇ
ਇੱਕ ਲੀਗਲ ਪ੍ਰੋਵੀਜ਼ਨ ਹੈ ਉਹ ਸਾਡੇ ਉੱਤੇ ਥੋਪ ਦਿੱਤਾ ਹੈ। ਇਹ ਡਰਾਉਣ ਦੀ ਕੋਸ਼ਿਸ਼ ਹੈ ਔਰ ਇਸ ਕਰਕੇ ਡਰਾਇਆ ਜਾ ਰਿਹਾ ਹੈ ਕਿਉਂਕਿ ਮੋਦੀ ਹਕੂਮਤ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ ਔਰ ਸਾਡਾ ਪ੍ਰੋਟੈਸਟ ਇੱਕ ਮੈਸੇਜ ਹੈ ਕਿ ਪੰਜਾਬ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਬਣੇਗਾ, ਕਸ਼ਮੀਰ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਬਣੇਗਾ। ਕਸ਼ਮੀਰ ਦੇ ਲੋਕ ਸਾਡੇ ਗੁਆਂਢੀ ਨੇ, ਹਮਸਾਏ ਨੇ, ਸਾਡੇ ਨੇਬਰ ਨੇ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਅਸੀਂ ਉਹਨਾਂ ਦੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਮੰਗ ਹੈ ਉਹਦੇ ਨਾਲ ਸਹਿਮਤ ਹਾਂ ਕਿਉਂਕਿ ਖੁਦ ਅਸੀਂ ਵੀ ਬਹੁਤ ਲੰਮੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਾਂ, ਲੜਦੇ ਆ ਰਹੇ ਹਾਂ, ਜੂਝਦੇ ਆ ਰਹੇ ਹਾਂ, ਕੁਰਬਾਨੀਆਂ ਦਿੰਦੇ ਆ ਰਹੇ ਹਾਂ ਔਰ ਇਸ ਕੁਰਬਾਨੀਆਂ ਤਹਿਤ ਸਾਡੇ ਬਹੁਤ ਸਾਰੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਨੇ। ਅੱਜ ਉਹਨਾਂ ਦੀ ਰਿਹਾਈ ਦਾ ਵੀ ਹੋਕਾ ਅਸੀਂ ਦੇ ਰਹੇ ਹਾਂ। ਉਹਨਾਂ ਨੂੰ ਵੀ ਅਸੀਂ ਕਹਿ ਰਹੇ ਹਾਂ ਛੱਡੋ। ਦੇਖੋ ਆਪਣੇ ਪੁਲਿਸ ਵਾਲਿਆਂ ਨੂੰ ਤੇ ਛੱਡ ਰਹੇ ਨੇ, ਉਹਨਾਂ ਨੂੰ ਤਾਂ 4.5 ਸਾਲ ਬਾਅਦ ਛੱਡ ਦਿੱਤਾ ਗਿਆ, ਲੇਕਿਨ ਸਾਡਿਆਂ ਨੂੰ 25-25 ਸਾਲ ਹੋ ਗਏ ਨੇ। ਸਿੱਖ ਨੌਜਵਾਨਾਂ ਨੂੰ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਔਰ ਸਾਡਿਆਂ ਨੂੰ ਤਾਂ ਜਿਹੜੇ ਲਿਟਰੇਚਰ ਰੱਖਦੇ ਨੇ ਉਹਨਾਂ ਨੂੰ ਵੀ ਕੈਦ। ਕੱਲ ਇਹਨਾਂ ਨੇ ਬਰਨਾਲੇ ਦੇ ਵਿੱਚ ਜਿਹੜੇ ਆ ਪਲੇ ਕਾਰਡਸ ਅਸੀਂ ਫੜੇ ਨੇ ਨਾ, ਇੱਕ ਲੜਕਾ ਸਾਰੇ ਯੂਨਿਟਸ ਨੂੰ ਪਲੇ ਕਾਰਡ ਦੇਣ ਗਿਆ ਸੀ, ਉਹਨੂੰ ਵੀ ਇਹਨਾਂ ਨੇ ਗ੍ਰਿਫਤਾਰ ਕਰਕੇ ਸੈਡੀਸ਼ਨ ਲਾਤਾ। ਉਹਦੇ ਤੇ 124 ਇਹਦੇ ਤਹਿਤ ਉਹ ਨੌਜਵਾਨ ਜਿਹੜਾ ਜਸਟ ਇੱਕ ਡਰਾਈਵਰ ਸੀ, ਕੋਰੀਅਰ ਸੀ, ਸਾਡੇ ਨਾਲ ਸਾਡਾ ਸਪੋਰਟਰ ਸੀ, ਉਹ ਆਪਣੀ ਕਾਰ ਤੇ ਸਾਰਿਆਂ ਨੂੰ ਪਲੇ ਕਾਰਡ ਦੇਣ ਜਾ ਰਿਹਾ ਸੀ, ਉਹਨੂੰ ਪਕੜ ਕੇ ਬਰਨਾਲਾ ਪੁਲਿਸ ਨੇ ਉਹਦੇ ਤੇ ਸੈਡੀਸ਼ਨ ਲਾਤੀ ਹੈ। ਤਰਨਤਾਰਨ ਦੇ ਵਿੱਚ ਕੀ ਕੀਤਾ, ਕੱਲ ਰਾਤ ਤੋਂ ਇਹਨਾਂ ਨੇ ਕ੍ਰੈਕਡਾਊਨ ਕੀਤਾ ਹੋਇਆ। ਅੱਜ ਜਿਹੜੇ ਸਾਰੇ ਸਿੰਘ ਉੱਥੇ ਇਕੱਠੇ ਹੋਏ ਸਾਰੇ ਗ੍ਰਿਫਤਾਰ ਕਰ ਲਏ ਗਏ ਔਰ ਕੇਵਲ ਤਰਨਤਾਰਨ 'ਚ ਕੀਤਾ, ਹੋਰ ਕਿਸੇ ਜ਼ਿਲ੍ਹੇ 'ਚ ਨਹੀਂ ਕੀਤਾ। ਸੋ ਕਲੀਅਰ ਹੈ ਪੋਲੀਟੀਕਲ ਇੰਟਰਵੈਂਸ਼ਨ, ਪੋਲੀਟੀਕਲ ਪ੍ਰੈਸ਼ਰ ਤਰਨਤਾਰਨ ਦੇ ਵਿੱਚ ਮੌਜੂਦ ਹੈ ਜਿਹੜਾ ਪੰਥਕ ਜਥੇਬੰਦੀਆਂ ਨੂੰ, ਸਿੱਖ ਬਾਡੀਜ਼ ਨੂੰ, NGOs ਨੂੰ, ਨੌਜਵਾਨਾਂ ਨੂੰ ਇਕੱਠੇ ਹੋਣ ਨਹੀਂ ਦੇ ਰਿਹਾ, ਜਿਨ੍ਹਾਂ ਨੂੰ ਆਪਣੀ ਕੁਰਸੀ, ਆਪਣੀ ਵੋਟ ਬੈਂਕ ਹਿਲਦੀ ਨਜ਼ਰ ਆ ਰਹੀ ਹੈ। ਉਹੀ ਤਰਨਤਾਰਨ ਦੇ ਪੁਲਿਸ ਦੇ ਕੋਲੋਂ ਉਹਦੀ ਮਿਸਯੂਜ਼ ਕਰਕੇ ਸਾਡੇ ਉੱਤੇ ਕ੍ਰੈਕਡਾਊਨ ਕਰ ਰਹੇ ਨੇ। ਔਰ ਦੇਖੋ ਅਸੀਂ ਸਾਰੇ ਪੰਜਾਬ ਦੇ ਵਿੱਚ ਅਸੀਂ ਧਰਨੇ ਮੁਜ਼ਾਹਰੇ ਪ੍ਰੋਟੈਸਟ ਕਰ ਰਹੇ ਹਾਂ, ਪਰ ਕੇਵਲ ਤਰਨਤਾਰਨ ਦੀ ਪੁਲਿਸ ਨੂੰ ਮਤਲਬ ਇਹ ਹਦਾਇਤਾਂ ਨੇ ਕਿ ਉਹ ਸਾਡੇ ਤੇ ਕ੍ਰੈਕਡਾਊਨ ਕਰਨ। ਤਰਨਤਾਰਨ ਦੇ ਐਕਟਿਵਿਸਟ ਨੂੰ ਸਿੰਗਲ ਆਊਟ ਕੀਤਾ ਗਿਆ। ਅਸੀਂ ਇਹ ਪੁੱਛਾਂਗੇ ਚੀਫ ਮਿਨਿਸਟਰ ਨੂੰ ਕਿ ਤਰਨਤਾਰਨ ਦੇ SSP ਨੂੰ ਕਿੰਨੇ ਇਹ ਅਧਿਕਾਰ ਦਿੱਤੇ ਨੇ, ਲੀਗਲ ਜਾਂ ਇਲੀਗਲ, ਜਿਹੜਾ ਉਹਨੇ ਇਸ ਤੇ ਕ੍ਰੈਕਡਾਊਨ ਕੀਤਾ ਸਾਡੇ ਨੌਜਵਾਨਾਂ ਤੇ। ਅਸੀਂ ਇਹ ਗੱਲ CM ਨੂੰ ਵੀ ਪੁੱਛਾਂਗੇ ਔਰ ਅਸੀਂ ਇਹ ਗੱਲ ਇੰਡੀਅਨ ਸਿਵਲ ਸੁਸਾਇਟੀ ਨੂੰ ਵੀ ਪੁੱਛਦੇ ਹਾਂ ਕਿ ਕਿੰਨੀ ਦੇਰ ਉਹ ਇਸ ਤਰ੍ਹਾਂ ਖਾਮੋਸ਼ ਰਹੇਗੀ, ਵਰਲਡ ਕਮਿਊਨਿਟੀ ਕਿੰਨੀ ਦੇਰ ਇਸ ਤਰ੍ਹਾਂ ਖਾਮੋਸ਼ ਰਹੇਗੀ, ਕਦੋਂ ਤੱਕ ਸਾਡੇ ਤੇ ਇਹ ਜ਼ੁਲਮ ਹੁੰਦੇ ਉਹ ਦੇਖ ਸਕਦੀ ਹੈ। ਕਸ਼ਮੀਰ ਦੇ ਵਿੱਚ ਜੋ ਹੋ ਰਿਹਾ ਤੁਸੀਂ ਦੇਖੋ, ਪੂਰੇ ਕਸ਼ਮੀਰ ਨੂੰ ਸੀਜ਼ ਕੀਤਾ ਗਿਆ ਗਨ ਪੁਆਇੰਟ ਤੇ, ਉਹਨਾਂ ਦੇ ਲੀਡਰ ਅੰਦਰ ਕਰ ਦਿੱਤੇ ਗਏ ਔਰ ਫਿਰ ਬੜੇ ਕਨਵੀਨੀਐਂਟਲੀ ਇਹ ਬਿਆਨ ਦਿੱਤੇ ਜਾ ਰਹੇ ਨੇ ਕਸ਼ਮੀਰ 'ਚ ਸ਼ਾਂਤੀ ਹੈ। ਕਸ਼ਮੀਰ 'ਚ ਈਦ ਜਿਹੜੀ ਹੈ ਬੜੇ ਸਿੰਪਲ ਤਰੀਕੇ ਦੇ ਨਾਲ ਮਨਾਈ ਗਈ ਹੈ। ਤੁਸੀਂ ਲੋਕਾਂ ਨੂੰ ਆਜ਼ਾਦ ਤਾਂ ਕਰੋ। ਜਿਹੜੇ ਮੁਸਲਿਮ ਲੀਡਰ ਨੇ, ਓਵੈਸੀ ਨੇ ਗੱਲ, BJP ਨੇ ਲੀਡਰ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਖੁਸ਼ ਨੇ 370 ਦੇ ਜਾਣ ਤੋਂ ਬਾਅਦ, ਤੇ ਓਵੈਸੀ ਨੇ ਕਿਹਾ ਅਗਰ ਉਹ ਖੁਸ਼ ਨੇ ਤਾਂ ਉਹਨਾਂ ਨੂੰ ਰਿਹਾ ਕਰੋ, ਉਹ ਵੀ ਖੁਸ਼ੀ ਮਨਾਉਣ, ਲੈਟ ਦੈਮ ਆਲਸੋ ਸੈਲੀਬ੍ਰੇਟ। ਉੱਥੇ ਖਾਮੋਸ਼ ਨੇ। ਦੇਖੋ ਕੈਦ ਬੰਦੇ ਨੂੰ ਗਨ ਪੁਆਇੰਟ ਤੇ ਤੁਸੀਂ ਸਿਰ ਦੇ ਉੱਤੇ ਗਨ ਰੱਖੋ ਤੇ ਉਹਨੂੰ ਕਹੋ ਤੂੰ ਖੁਸ਼ ਹੋ। ਮੋਦੀ ਇਹ ਕਰ ਰਿਹਾ ਕਿ ਉੱਥੇ ਗਨ ਪੁਆਇੰਟ ਤੇ ਲੋਕਾਂ ਨੂੰ ਕਹਿ ਰਿਹਾ ਇਹ ਖੁਸ਼ ਨੇ, ਮੋਦੀ ਗਨ ਪੁਆਇੰਟ ਤੇ ਕਹਿ ਰਿਹਾ ਸਾਇਲੈਂਟ ਨੇ। ਸੋ ਸਾਇਲੈਂਟ ਹੀ ਹੋਣਗੇ ਉਹ। ਸੋ ਮੈਂ ਸਮਝਦਾ ਕਿ ਕਸ਼ਮੀਰੀਆਂ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ। ਪੂਰੀ ਦੀ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਆਪਣੇ ਕਮਰਸ਼ੀਅਲ ਹਿੱਤਾਂ ਕਰਕੇ ਚੁੱਪ ਹੈ। ਕਦੇ ਟਰੰਪ ਜਿਹੜੇ US ਪ੍ਰੈਜ਼ੀਡੈਂਟ ਨੇ ਉਹ ਕਹਿੰਦੇ ਨੇ ਮੈਂ ਮੀਡੀਏਸ਼ਨ ਲਈ ਤਿਆਰ ਹਾਂ, ਕਦੇ ਕਹਿੰਦੇ ਨੇ ਮੈਨੂੰ ਮੀਡੀਏਸ਼ਨ ਦੀ ਲੋੜ ਨਹੀਂ ਹੈ ਹੁਣ ਮੈਂ ਸਮਝਦਾ ਕਿ ਹੁਣ ਹੀ ਲੋੜ ਹੈ। ਔਰ ਇਹ ਪੂਰਾ ਦਾ ਪੂਰਾ ਜਿਹੜਾ ਖਿੱਤਾ ਹੈ ਨਾ, ਇਹ ਇੱਕ ਜਸਟ ਸਪਾਰਕ ਦੀ ਲੋੜ ਹੈ, ਇੱਕ ਚੰਗਿਆਰੀ ਦੀ ਲੋੜ ਹੈ ਇਸ ਖਿੱਤੇ ਦੇ ਵਿੱਚ। ਔਰ ਇਹ ਪੂਰਾ ਦਾ ਪੂਰਾ ਜਿਹੜਾ ਖਿੱਤਾ ਹੈ ਇਹ ਭਾਂਬੜ ਬਣ ਸਕਦਾ ਹੈ। ਔਰ ਸਾਡੇ ਪੰਜਾਬ ਦੇ ਤਿੰਨੇ ਪਾਸੇ ਬਾਰਡਰਸ ਨੇ, ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਹੈ, ਇੱਕ ਪਾਸੇ ਇੰਡੀਆ ਦਾ ਬਾਰਡਰ ਹੈ, ਇੱਕ ਪਾਸੇ ਕਸ਼ਮੀਰ ਦਾ ਬਾਰਡਰ ਹੈ ਔਰ ਇਹ ਸਾਰੇ ਪਾਸੇ ਤਬਾਹੀ ਹੋ ਸਕਦੀ ਹੈ। ਇਸ ਕਰਕੇ ਇੰਟਰਨੈਸ਼ਨਲ ਕਮਿਊਨਿਟੀ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇੰਟਰਵੀਨ ਕਰੇ ਔਰ ਉਹ ਇਸ ਖਿੱਤੇ ਨੂੰ ਬਚਾਵੇ। ਕਿਉਂਕਿ ਔਰ ਸਾਨੂੰ ਸਭ ਤੋਂ ਵੱਧ ਜਿਹੜਾ ਸਾਡਾ ਕਰਤਾਰਪੁਰ ਕੋਰੀਡੋਰ ਹੈ ਉਹ ਵੀ ਇਹ ਸਾਰੇ ਜਿਹੜਾ ਟੈਨਸ਼ਨ ਬਣੀ ਹੋਈ ਹੈ, ਜਿਹੜਾ ਸਾਰਾ ਮਾਹੌਲ ਬਣਿਆ ਹੋਇਆ ਹੈ, ਜਿਹੜਾ ਦੋਵਾਂ ਮੁਲਕਾਂ ਦੇ ਵਿੱਚ ਕਸ਼ੀਦਗੀ ਬਣੀ ਹੋਈ ਹੈ, ਉਹਦੀ ਬਲੀ ਚੜ੍ਹਦਾ ਨਜ਼ਰ ਆ ਰਿਹਾ ਹੈ। ਗੁਰਪੁਰਬ ਸਮਾਗਮ ਹੋ ਰਹੇ ਨੇ, ਸ਼ੁਰੂ ਹੋ ਚੁੱਕੇ ਨੇ, ਅਗਲੇ ਮਹੀਨੇ ਗੁਰਪੁਰਬ ਹੈ ਔਰ ਇਸ ਵੇਲੇ ਜਿਹੜੀ ਟੈਨਸ਼ਨ ਹੈ, ਜਿਸ ਤਰੀਕੇ ਦੇ ਇੰਡੀਆ ਦੇ ਬਿਆਨ ਨੇ, ਜਿਸ ਤਰੀਕੇ ਦੇ ਇਮਰਾਨ ਖਾਨ ਦੇ ਬਿਆਨ ਨੇ ਔਰ ਜਿਵੇਂ ਇੱਥੇ ਪੂਰੀ ਹਰਕਤ ਹੋ ਰਹੀ ਹੈ ਪੂਰੇ ਬਾਰਡਰਸ ਦੇ ਉੱਤੇ, ਸਾਨੂੰ ਇਹ ਖਦਸ਼ਾ ਹੈ। ਵਾਹਿਗੁਰੂ ਕਰੇ, ਪ੍ਰਮਾਤਮਾ ਕਰੇ ਕਿ ਇੱਥੇ ਕੁਛ ਨਾ ਹੋਵੇ, ਪਰ ਅਗਰ ਇਹ ਕੁਛ ਹੋਇਆ ਤਾਂ ਇਹਦੇ ਲਈ ਹਿੰਦੁਸਤਾਨ ਦੀ ਸਰਕਾਰ ਤੇ ਦੁਨੀਆ ਦੇ ਜਿਹੜੇ ਮੁਲਕ ਨੇ, ਜਿਹੜੇ ਆਪਣੇ ਆਪ ਨੂੰ ਵਰਲਡ ਪੁਲਿਸਮੈਨ ਕਹਿੰਦੇ ਨੇ, ਉਹ ਜ਼ਿੰਮੇਵਾਰ ਹੋਣਗੇ।
ਸੋ ਬਿਲਕੁਲ ਇਹ ਸਨ ਦਲ ਖਾਲਸਾ ਦੇ ਸਪੋਕਸਪਰਸਨ ਭਾਈ ਕੰਵਰਪਾਲ ਸਿੰਘ ਬਿੱਟੂ ਜਿਨ੍ਹਾਂ ਨੇ ਵਿਸਤਾਰਤ ਤੌਰ ਦੇ ਉੱਤੇ ਸਮੁੱਚੀ ਜਾਣਕਾਰੀ ਸਾਂਝੀ ਕੀਤੀ ਹੈ। ਸੋ ਕਾਲੇ ਝੰਡਿਆਂ ਦੇ ਨਾਲ ਅੱਜ ਦਾ ਪ੍ਰਦਰਸ਼ਨ ਜਿਹੜਾ ਆ ਉਹ ਕੀਤਾ ਗਿਆ ਸੀਗਾ ਇੱਥੇ। ਸੋ ਪ੍ਰਦਰਸ਼ਨ ਹੁਣ ਖਤਮ ਹੋ ਚੁੱਕਾ, ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਸਨ। ਸੋ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਹਰਿੰਦਰ ਸਿੰਘ ਗਿੱਲ, ਸਿੱਖ ਚੈਨਲ ਨਿਊਜ਼ ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।